तू मुझे नवाजे, तेरा कर्म है वरना तेरी रहमतों का बदला मेरी बंदगी नहीं। काशी टीवी देखने वाले सारे व्यूअर्स ਨੂੰ ਮੇਰੇ ਬਲਬੀਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਜੀ। ਮੈਂ ਲੈ ਕੇ ਆਈ ਹਾਂ ਹਾਲ ਟੋਕ ਸ਼ੋ ਤੇ ਅੱਜ ਮੇਰੇ ਨਾਲ ਸਪੈਸ਼ਲ ਗੈਸਟ ਨੇ ਸੈਨਵਲ ਹਸਪੀਟਲ ਤੋਂ ਡਾਕਟਰ ਗੁਰਚਰਨ ਸੈਣੀ, ਜੋ ਕਿ ਸਾਨੂੰ ਇਨਫੋਰਮੇਸ਼ਨ ਦੇਣਗੇ ENT ਦੇ ਬਾਰੇ। ਐਂਡ ਸਪੈਸ਼ਲ ਸਾਡਾ ਅੱਜ ਦਾ ਟੌਪਿਕ ਰਹੇਗਾ ਜੋ ਕਿ ਬੇਸਡ ਔਨ ਥਰੋਟ ਡਿਸਆਰਡਰਸ ਐਂਡ ਕਿਸ ਤਰੀਕੇ ਦੇ ਨਾਲ ਅਸੀਂ ਚੀਜ਼ਾਂ ਅੰਦਰ ਲੰਘਾਉਂਦੇ ਹਾਂ ਉਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਜਾਏਗੀ। ਉਹਦੇ ਨਾਲ ਜੁੜੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਕਿਸ ਤਰੀਕੇ ਦੇ ਨਾਲ ਹੋ ਸਕਦੇ ਆ ਜਾਂ ਕੀ ਸਾਨੂੰ ਉਹ ਚੀਜ਼ਾਂ ਕਰਕੇ ਸਾਹਮਣਾ ਡਿਫਿਕਲਟੀਜ਼ ਦਾ ਕਰਨਾ ਪੈਂਦਾ ਹੈ, ਉਹਦੇ ਬਾਰੇ ਸਾਰੀ ਜਾਣਕਾਰੀ ਸਾਨੂੰ ਡਾਕਟਰ ਸਾਹਿਬ ਦੇਣਗੇ ਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਕਾਸ਼ੀ ਟੀਵੀ ਤੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਾਸ਼ੀ ਟੀਵੀ ਤੇ। ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ। ਬਲਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਸ਼ੁਰੂ ਦੇ ਵਿੱਚ ਹੀ ਮੈਂ ਕਰਦੇ ਹਾਂ ਕਿਉਂਕਿ ਆਪਾਂ ਦੁਬਾਰਾ ਮਿਲ ਰਹੇ ਹਾਂ। ਜੀ ਹਾਂਜੀ, ਪਹਿਲੇ ਵੀ ਅਸੀਂ ਇੱਕ ਸ਼ੋਅ ਕਰ ਚੁੱਕੇ ਹਾਂ। ਥੈਂਕ ਯੂ ਵੈਰੀ ਮਚ ਫॉर ਇਨਵਾਈਟਿੰਗ ਮੀ ਫॉर द ਸੈਕੰਡ ਟਾਈਮ। ਤੁਸੀਂ ਦੱਸ ਹੀ ਦਿੱਤਾ ਹੈ ਕਿ ਅੱਜ ਦਾ ਟੌਪਿਕ ਕੀ ਹੈ। ਮੈਂ ਇੱਕ ਵਾਰੀ ਫੇਰ ਦੁਹਰਾਉਣਾ ਚਾਹਾਂਗਾ ਕਿ ਅਸੀਂ ਅੱਜ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਕਿ ਸਾਡੇ ਗਲੇ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਦੇ ਨਾਲ ਸਾਨੂੰ ਖਾਣ ਵਿੱਚ ਤੇ ਬੋਲਣ ਵਿੱਚ ਕੀ ਪ੍ਰੋਬਲਮਸ ਆਉਂਦੀਆਂ। ਹਾਂਜੀ, ਸਾਡੇ ਕਾਫੀ ਵਿਊਅਰਸ ਡਾਕਟਰ ਸਾਨੀ ਜੀ ਜਾਣਨਾ ਚਾਹੁੰਦੇ ਸੀ ਵੀ ਕਈ ਮੁਸ਼ਕਲਾਂ ਜਿਹੜੀਆਂ ਹੈਗੀਆਂ, ਕਈ ਤੇ ਜਸਟ ਇਨਫੈਕਸ਼ਨ ਤੌਰ ਤੇ ਵੀ ਹੁੰਦੀ ਹੈ, ਬਟ ਜਿਹੜੀ ਬਿਮਾਰੀਆਂ ਤੁਸੀਂ ਦੱਸਣ ਵਾਲੇ ਹੋ ਉਹ ਸਾਰੀਆਂ ਹੀ ਇੰਕਲੂਡ ਕਰਦੀਆਂ ਸਾਡੇ ਗਲੇ ਦੇ ਨਾਲ। ਤੇ ਅਸੀਂ ਸੋਚਦੇ ਸੀ ਵੀ ਥੋੜੀ ਇਨਫੋਰਮੇਸ਼ਨ ਜੇਕਰ ਅਸੀਂ ਬੇਸਿਕ ਇਨਫੋਰਮੇਸ਼ਨ ਸਾਡੇ ਵਿਊਅਰਸ ਨੂੰ ਦੇ ਸਕੀਏ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਵੀ ਸਾਡੀ ਥਰੋਟ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ। ਸੋ ਹਾਂ, ਅਸੀਂ ਗੱਲਬਾਤ ਕਿਸ ਤਰੀਕੇ ਦੇ ਨਾਲ ਕਰਦੇ ਹਾਂ ਤੇ ਅਸੀਂ ਖਾਂਦੇ ਕਿਸ ਤਰੀਕੇ ਦੇ ਨਾਲ ਆ। ਜਦੋਂ ਅਸੀਂ ਗੱਲ ਕਰਨੀ ਹੈ ਉਹ ਸਾਡਾ ਇਫੈਕਟ ਕਿਸ ਤਰੀਕੇ ਦੇ ਨਾਲ ਥਰੋਟ ਤੇ ਹੁੰਦਾ ਹੈ ਤੇ ਜਦੋਂ ਅਸੀਂ ਚੀਜ਼ਾਂ ਲੰਘਾਉਂਦੇ ਹਾਂ ਖਾਂਦੇ ਹਾਂ ਉਹ ਕਿਸ ਤਰੀਕੇ ਦੇ ਨਾਲ ਹੁੰਦੀ ਹੈਗੀ ਹੈ। ਹਾਂਜੀ, ਤੁਹਾਡਾ ਬਹੁਤ ਵਧੀਆ ਕੁਐਸਚਨ ਹੈ। ਜਿਹੜਾ ਸਾਡਾ ਗਲਾ ਹੈ ਨਾ, ਇਹ ਕਾਮਨ ਪੈਸੇਜ ਹੈ ਫਾਰ ਆਵਰ ਬਰੀਥਿੰਗ। ਹਾਂਜੀ, ਖਾਣਾ ਖਾਣ ਵਾਸਤੇ ਅਤੇ ਬੋਲਣ ਵਾਸਤੇ। ਹਾਂਜੀ, ਜਿਹੜਾ ਬੋਲਣ ਦਾ ਸਾਡਾ ਔਰਗਨ ਹੈ ਉਹਨੂੰ ਅਸੀਂ ਇੰਗਲਿਸ਼ ਦੇ ਵਿੱਚ ਜਾਂ ਆਪਣੀ ਮੈਡੀਕਲ ਟਰਮ ਦੇ ਵਿੱਚ ਲੇਰਿੰਗਸ ਕਹਿੰਦੇ ਹਾਂ। ਪੰਜਾਬੀ ਦੇ ਵਿੱਚ ਅਸੀਂ ਉਹਨੂੰ ਘੰਡੀ ਕਹਿੰਦੇ ਹਾਂ। ਤੁਸੀਂ ਆਪਣਾ ਇੱਥੇ ਹੱਥ ਰੱਖੋ, ਤੁਸੀਂ ਦੇਖੋਗੇ ਜਿਹੜਾ ਮੋਸਟ ਪ੍ਰੋਮੀਨੈਂਟ ਪਾਰਟ ਹੈ ਨਾ, ਜੋ ਤੁਸੀਂ ਗੱਲ ਕਰਦੇ ਹਾਂ ਤਾਂ ਉੱਪਰ ਥੱਲੇ ਜਾਂਦਾ ਹੈ। I can feel ਇਹਨੂੰ ਪੰਜਾਬੀ ਦੇ ਵਿੱਚ ਘੰਡੀ ਕਹਿੰਦੇ ਆ ਜਾਂ ਘੰਟ ਕਹਿੰਦੇ ਆ। ਤੇ ਇਹ ਜਿਹੜਾ ਤੁਸੀਂ ਫੀਲ ਕਰ ਰਹੇ ਹੋ ਇਹ ਲੇਰਿੰਗਸ ਦਾ ਫਰੇਮਵਰਕ ਹੈ। ਹਾਂਜੀ, ਇਹਦੇ ਅੰਦਰ ਸੌਫਟ ਟਿਸ਼ੂ ਲੱਗੇ ਨੇ ਲੇਰਿੰਗਸ ਦੇ, ਜਿਹਦੇ ਵਿੱਚ ਵੋਕਲ ਕਾਰਡਸ ਨੇ, ਮਸਲਸ ਨੇ, ਮਿਕੋਜ਼ਾ ਹੈ ਤੇ ਐਪੀਗਲੋਟਿਸ ਵਗੈਰਾ, ਨਰਵਸ ਤੇ ਬਲੱਡ ਵੈਸਲਸ। ਹੁਣ ਜਦੋਂ ਅਸੀਂ ਬੋਲਣਾ ਹੁੰਦਾ ਹੈ, ਇਹ ਤੋਂ ਹੁੰਦਾ ਕੀ ਹੈ, ਤੁਸੀਂ ਬਹੁਤ ਸਾਰੇ ਮਿਊਜ਼ੀਕਲ ਇੰਸਟਰੂਮੈਂਟ ਦੇਖੇ ਹੋਣਗੇ। ਹਾਂਜੀ, ਜਿਹੜੇ ਕਿ ਸਟਰਿੰਗ ਜਾਂ ਕੋਰਡ ਦੇ ਨਾਲ ਕੰਮ ਕਰਦੇ ਨੇ, ਜਿਵੇਂ ਤੂੰਬਾ ਹੋਇਆ, ਸਰੰਗੀ ਹੋਈ, ਵਾਇਲਨ ਹੋਈ, ਤਾਨਪੁਰਾ ਹੋਇਆ। ਕਿਸੇ ਵਿੱਚ ਇੱਕ ਤਾਰ ਹੁੰਦੀ ਹੈ, ਕਿਸੇ ਵਿੱਚ ਦੋ ਹੁੰਦੀਆਂ। ਹਾਂਜੀ, ਤੇ ਉਹ ਜਿਹੜੇ ਟ੍ਰੇਨਡ ਮਿਊਜ਼ੀਸ਼ੀਅਨ ਨੇ ਜਦੋਂ ਉਹ ਤਾਰ ਨੂੰ ਹਿਲਾਉਂਦੇ ਨੇ ਜਾਂ ਪਲੱਗ ਕਰਦੇ ਨੇ ਉਂਗਲੀ ਦੇ ਨਾਲ ਤਾਂ ਉਹ ਤਾਰਾਂ ਜਦੋਂ ਹਿਲਦੀਆਂ ਨੇ ਤੇ ਦੇ ਵਾਈਬ੍ਰੇਟ। ਹਾਂਜੀ, ਉਹ ਜਿਹੜੀ ਉਹਨਾਂ ਦੀ ਵਾਈਬ੍ਰੇਸ਼ਨ ਹੈ ਉਹ ਦੈਟ ਵਿਲ ਪ੍ਰੋਡਿਊਸ ਜਨਰੇਟ ਅ ਸਾਊਂਡ। ਹਾਂਜੀ, ਉਹ ਜਿਹੜੀ ਸਾਊਂਡ ਹੈ ਉਹਨੂੰ ਉਹ ਮਿਊਜ਼ਿਕ ਦੇ ਵਿੱਚ ਕਨਵਰਟ ਕਰ ਦਿੰਦੇ ਨੇ, ਜਿਹੜੇ ਕਿ ਆਪਾਂ ਇੰਜੋਏ ਕਰਦੇ ਹਾਂ। ਹਾਂਜੀ, ਇੱਥੇ ਮੈਂ ਇੱਕ ਨੰਬਰ ਪਿਕਚਰ ਦਿਖਾਉਣੀ ਚਾਹਾਂਗਾ ਤੁਹਾਨੂੰ ਤਾਂ ਕਿ ਥੋੜ੍ਹਾ ਜਿਹਾ ਆਈਡੀਆ ਹੋ ਜਾਏ। ਇਹ ਦੇਖੋ, ਇਹ ਸਾਡੇ ਲੇਰਿੰਗਸ ਦੀ ਫੋਟੋ ਹੈ। ਤੁਸੀਂ ਵੋਕਲ ਕਾਰਡਸ ਦੇਖੋ, ਰਾਈਟ ਸਾਈਡ ਦੀ ਵੋਕਲ ਕਾਰਡ, ਲੈਫਟ ਸਾਈਡ ਦੀ ਵੋਕਲ ਕਾਰਡ। ਇਹ ਜਿਹੜੇ ਸਾਡਾ ਲੇਰਿੰਗਸ ਹੈ, ਇਹ ਜਿਹੜਾ ਸਾਡਾ ਵਿੰਡ ਪਾਈਪ ਹੈ ਨਾ, ਸਾਹ ਵਾਲੀ ਨਾਲੀ, ਉਹਦੇ ਟੌਪ ਤੇ ਲੱਗਾ ਹੋਇਆ ਹੁੰਦਾ ਹੈ। ਤੇ ਇਹ ਜਿਹੜੀਆਂ ਵੋਕਲ ਕਾਰਡਸ ਨੇ, ਜਦੋਂ ਅਸੀਂ ਨੋਰਮਲੀ ਗੱਲਬਾਤ ਨਹੀਂ ਕਰ ਰਹੇ ਤਾਂ ਇੱਕ ਦੂਸਰੇ ਤੋਂ ਦੂਰ ਗਈਆਂ ਹੁੰਦੀਆਂ ਨੇ ਤੇ ਪੈਸੇਜ ਖੁੱਲ੍ਹਾ ਆ ਤੇ ਅਸੀਂ ਆਰਾਮ ਨਾਲ ਬਰੀਥਿੰਗ ਕਰ ਰਹੇ ਹਾਂ। ਜਦੋਂ ਅਸੀਂ ਬੋਲਣਾ ਚਾਹੁੰਦੇ ਹਾਂ ਤੇ ਸਾਡੇ ਬ੍ਰੇਨ ਤੋਂ ਸਾਡੇ ਲੇਰਿੰਗਸ ਨੂੰ ਮੈਸੇਜ ਜਾਂਦਾ ਕਿ ਹੁਣ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ। ਉਹ ਜਿਹੜੀ ਨਰਵ ਹੈ, 10th ਨਰਵ, ਵੇਗਸ ਨਰਵ ਕਹਿੰਦੇ ਆ, ਉਹ ਮੈਸੇਜ ਲੈ ਕੇ ਲਰੰਜੀਅਲ ਮਸਲ ਦੇ ਵਿੱਚ ਜਾਂਦੀ ਹੈ ਤੇ ਦਾ ਮਸਲਸ ਜਿਹੜੇ ਨੇ ਲੇਰਿੰਗਸ ਦੇ ਕਮ ਇਨਟੂ ਐਕਸ਼ਨ। ਠੀਕ ਹੈ ਜੀ। ਤੇ ਉਹ ਜਿਹੜੀਆਂ ਵੋਕਲ ਕਾਰਡਸ ਨੇ ਉਹਨਾਂ ਨੂੰ ਇੱਕ ਦੂਸਰੇ ਦੇ ਕੋਲ ਲਿਆਉਂਦੇ ਨੇ। ਜਿਸ ਤਰ੍ਹਾਂ ਤੁਸੀਂ ਇਸ ਫੋਟੋ ਦੇ ਵਿੱਚ ਦੇਖੋ, ਲਰੰਜੀਅਲ ਲਿਊਮਨ ਇਜ਼ ਰਿਡਿਊਸ ਟੂ ਅ ਮੀਅਰ ਸਲਿਟ
ਹਾਂਜੀ। ਛੋਟੀ ਜਿਹੀ ਓਪਨਿੰਗ ਰਹਿ ਗਈ ਹੈ ਬਹੁਤ ਹਾਂਜੀ। ਛੋਟੀ ਲੱਗ ਰਹੀ ਹੈ। ਤੇ ਜਿਹੜਾ ਸਾਡੇ ਲੰਗਸ ਨੇ ਦੇ ਆਰ ਫੁੱਲ ਆਫ ਏਅਰ। ਹਾਂਜੀ। ਜਦੋਂ ਤੁਸੀਂ ਬੋਲਣਾ ਚਾਹੁੰਦੇ ਆ ਬੜੀ ਕੋਆਰਡੀਨੇਟਡ ਮੂਵਮੈਂਟ ਹੁੰਦੀ ਹੈ ਸਾਡੇ ਐਬਡੋਮੀਨਲ ਮਸਲ, ਚੈਸਟ ਮਸਲ, ਡਾਇਫਰਾਮ ਤੇ ਲੰਗਸ ਦੇ ਵਿੱਚੋਂ ਹਵਾ ਬਾਹਰ ਆਉਂਦੀ ਹੈ ਤੇ ਉਹ ਸਾਡੇ ਜਿਹੜੇ ਵੋਕਲ ਕਾਰਡ ਦੇ ਫ੍ਰੀ ਐਜ ਨੇ ਉਹਨਾਂ ਨੂੰ ਵਾਈਬ੍ਰੇਟ ਕਰਦੀ ਹੈ। ਹਾਂਜੀ। ਐਂਡ when the vocal cords move and vibrate they produce a sound। ਓਕੇ। ਤੇ ਇਹ ਸਾਊਂਡ ਦੇ ਨਾਲ ਉਹ ਜਿਹੜਾ ਆਵਾਜ਼ ਪੈਦਾ ਹੁੰਦੀ ਆ ਉਹਨੂੰ ਅਸੀਂ ਗੱਲਬਾਤ ਦੇ ਵਿੱਚ ਕਨਵਰਟ ਕਰਦੇ ਹਾਂ। ਜਿਹੜੇ ਸਾਡੇ ਮੂੰਹ ਦੇ ਵਿੱਚ ਹੋਰ ਔਰਗਨ ਲੱਗੇ ਹੋਏ ਨੇ ਜਿੱਦਾਂ ਸਾਡੀ ਜੀਭ ਹੋਈ, ਟੰਗ, ਦੰਦ, ਸਾਡੇ ਬੁੱਟ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਹਾਂਜੀ, ਗਮਸ, ਸੌਫਟ ਪੈਲੇਟ, ਨੱਕ ਜਿਹੜਾ ਸਾਡਾ that plays a big part in controlling the quality of sound। Oh, that's very interesting। ਤੁਸੀਂ ਨੋਟ ਕੀਤਾ ਹੋਏਗਾ ਜੇ ਤੁਸੀਂ ਟੈਲੀਫੋਨ ਤੇ ਗੱਲਬਾਤ ਕਰ ਰਹੇ ਹੋ ਕਿਸੇ ਨਾਲ, ਤੁਹਾਨੂੰ ਮੰਨ ਲਓ ਕੋਲਡ ਹੋਇਆ, ਤੁਹਾਡੇ ਜਿਹੜੇ ਦੋਸਤ ਨੇ ਜਾਂ ਉਹ ਤੁਹਾਨੂੰ ਕਹਿ ਦੇਣਗੇ ਤੁਹਾਡੀ ਆਵਾਜ਼ 'ਚ ਫਰਕ ਹੈ ਕਿ ਨੱਕ ਬੰਦ ਹੈ ਅੱਜ ਤੁਹਾਡਾ। ਐਬਸੋਲੂਟਲੀ ਰਾਈਟ। ਹਾਂ, ਜਦੋਂ ਖਾਂਸੀ ਜ਼ੁਕਾਮ ਜਾਂ ਕੁਛ ਇੱਦਾਂ ਵੀ ਹੋਏ। ਫਿਰ ਇਹ ਜਿਹੜੇ ਲਰਿੰਜੀਅਲ ਮਸਲ ਨੇ ਤੇ ਜਿਹੜੀ ਨਰਵ ਸਪਲਾਈ ਆ ਇਹ ਲੇਰਿੰਗਸ ਦੇ ਵੋਕਲ ਕਾਰਡ ਦੀ ਲੈਂਥ ਦੇ ਟੈਂਸ਼ਨ ਨੂੰ ਐਡਜਸਟ ਕਰਦੇ ਨੇ। ਉਹਦੇ ਨਾਲ ਤੁਹਾਡੀ ਕੁਆਲਿਟੀ ਆਫ ਵੋਇਸ ਚੇਂਜ ਹੁੰਦੀ ਹੈ। ਜਿਸ ਤਰ੍ਹਾਂ ਐਗਜ਼ੈਕਟਲੀ ਤੁਹਾਡੇ ਜਿਹੜੇ ਇੰਸਟਰੂਮੈਂਟ ਦੀਆਂ ਤਾਰਾਂ ਢਿੱਲੀਆਂ ਹੋਣ ਤਾਂ ਉਹਨਾਂ ਦੀ ਆਵਾਜ਼ ਹੋਰ ਆਉਂਦੀ ਹੈ, ਜਦੋਂ ਤਾਰਾਂ ਪ੍ਰੋਪਰਲੀ ਟੈਂਸ਼ਨ ਹੋਵੇ ਤਾਂ ਉਹਨਾਂ ਦੀ ਆਵਾਜ਼ ਪ੍ਰੋਪਰ ਆਉਂਦੀ ਹੈ। ਤੇ ਯੂ ਵਿਲ ਬੀ ਸਰਪ੍ਰਾਈਜ਼ ਟੂ ਨੋ ਕਿ ਇੰਨੀ ਫਾਸਟ ਇਹਨਾਂ ਦੀ ਮੂਵਮੈਂਟ ਹੁੰਦੀ ਹੈ ਕਿ ਤੁਸੀਂ ਅੱਖ ਨਾਲ ਦੇਖ ਨਹੀਂ ਸਕਦੇ। ਮੈਨ ਦੇ ਵਿੱਚ our vocal cords they move at a rate of 110 cycles per second। 110 cycles per second। ਤੇ women ਦੇ ਵਿੱਚ 180 to 200 cycles per second and children more than that। That's why the pitch of women voice is more than the men and children is even higher। ਇਹ ਤਾਂ in brief how we speak, how we talk। ਹਾਂਜੀ। ਤੇ ਜਿਹੜੀ ਸਾਊਂਡ ਥੱਲੇ ਲੇਰਿੰਗਸ ਨੇ ਪ੍ਰੋਡਿਊਸ ਕੀਤੀ ਉਹਨੂੰ ਅਸੀਂ ਕਨਵਰਟ ਕਰ ਲੈਂਦੇ ਆਪਣੀ ਜੀਭ ਦੇ ਨਾਲ ਗੱਲਾਂ ਬਾਤਾਂ ਦੇ ਵਿੱਚ। ਲੇਰਿੰਗਸ ਦੇ ਵਿੱਚ ਸਾਊਂਡ ਪ੍ਰੋਡਿਊਸ ਹੁੰਦੀ ਹੈ ਜੀ, ਗੱਲਾਂ ਬਾਤਾਂ ਫਿਰ ਉਸ ਸਾਊਂਡ ਨੂੰ ਅਸੀਂ ਯੂਜ਼ ਕਰਦੇ ਹਾਂ ਉਹਨੂੰ ਅਸੀਂ ਕਨਵਰਟ ਕਰ ਦਿੰਦੇ ਹਾਂ ਆਪਣੀ ਗੱਲਾਂ ਬਾਤਾਂ ਦੇ ਵਿੱਚ, ਆਪਣੀ ਜੀਭ ਦੇ ਨਾਲ, ਦੰਦਾਂ ਦੇ ਨਾਲ, ਲਿਪਸ ਦੇ ਨਾਲ। ਇਹ ਬਰੀਫਲੀ ਹਾਊ ਡੂ ਵੀ ਟਾਕ, ਹਾਊ ਡੂ ਵੀ ਸਿੰਗ ਔਰ ਵਟਐਵਰ। ਸੋ ਆਪਣੀ ਕੁਆਲਿਟੀ ਦੇ ਹਿਸਾਬ ਦੇ ਨਾਲ ਅਸੀਂ ਆਪਣੀ ਜਿਹੜੀ ਕ੍ਰੀਏਟ ਉਹ ਵੀ ਚੂਜ਼ ਕਰਦੇ ਹਾਂ ਡਿਊ ਟੂ ਆਵਰ ਸਾਊਂਡਸ ਆਫ ਵੌਇਸ। ਦੂਸਰਾ ਜਿਹੜਾ ਮੇਨ ਪਾਰਟ ਹੈ ਸਾਡੀ ਥਰੋਟ ਦਾ ਜਾਂ ਗਲੇ ਦਾ, ਹਾਂਜੀ, ਹਾਊ ਡੂ ਵੀ ਸਵਾਲੋ। ਹਾਂਜੀ, ਅੰਦਰ ਅਸੀਂ ਕਾਫੀ ਡਾਕਟਰ ਸਾਹਿਬ ਕਈ ਲੋਕਾਂ ਨੂੰ ਸਵਾਲੋਇੰਗ ਦੀ ਪ੍ਰੋਬਲਮ ਹੁੰਦੀ ਹੈ। ਸੋ ਜੇਕਰ ਜਿੱਦਾਂ ਤੁਸੀਂ ਹੁਣ ਦੱਸਣਾ ਹੀ ਹੈ ਬੇਸਿਕ ਇਨਫੋਰਮੇਸ਼ਨ ਵੀ ਅਸੀਂ ਸਵਾਲੋ ਕਿਸ ਤਰੀਕੇ ਦੇ ਨਾਲ ਕਰਦੇ ਹਾਂ ਤੇ ਦੈਟ ਵਿਲ ਬੀ ਆਈ ਓਪਨਿੰਗ ਫॉर ਆਵਰ ਵਿਊਅਰਸ। ਜਿਹੜੀਆਂ ਸਵਾਲੋ ਕਰਦੀਆਂ ਜਾਂ ਖਾਣਾ ਖਾਂਦੀਆਂ ਅਸੀਂ ਉਹਨੂੰ 3 ਸਟੇਜ ਦੇ ਵਿੱਚ ਡਿਵਾਈਡ ਕਰਦੇ ਹਾਂ। ਹਾਂਜੀ। ਪਹਿਲੀ ਸਟੇਜ ਆ ਓਰਲ ਸਟੇਜ, ਮੂੰਹ ਦੀ ਸਟੇਜ। ਓਰਲ ਮੀਨਸ ਮੂੰਹ, ਸੋ ਸਾਡੇ ਦੰਦ, ਜੀਭ। ਹਾਂਜੀ ਜੀ। ਫਿਰ ਹੈਗੀ ਆ ਫਰੰਜੀਅਲ ਸਟੇਜ, ਸੈਕੰਡ ਸਟੇਜ, ਜਦੋਂ ਖਾਣਾ ਸਾਡੇ ਗਲੇ ਵਿੱਚ ਚਲਾ ਜਾਂਦਾ ਹੈ। ਤੀਸਰੀ ਸਟੇਜ ਆ ਈਸੋਫੇਜੀਅਲ ਸਟੇਜ। ਇਸ ਸਟੇਜ ਦੇ ਵਿੱਚ ਖਾਣਾ ਸਾਡੇ ਗਲੇ ਵਿੱਚੋਂ ਸਾਡੇ ਪੇਟ ਵਿੱਚ ਪਹੁੰਚਦਾ ਹੈ। ਠੀਕ ਹੈ ਜੀ। ਪਹਿਲੀ ਸਟੇਜ ਦੇ ਵਿੱਚ ਇਟਸ ਕਾਮਨ ਕਿ ਅਸੀਂ ਖਾਣਾ ਮੂੰਹ ਦੇ ਵਿੱਚ ਪਾਵਾਂਗੇ, ਬੇਸ਼ੱਕ ਆਪਣੇ ਹੱਥ ਦੇ ਨਾਲ ਪਾਈਏ ਜਾਂ ਯੂ ਯੂਜ਼ ਅ ਸਪੂਨ, ਨਾਈਫ ਐਂਡ ਫੋਰਕ, ਯੂ ਪੁੱਟ ਦਾ ਫੂਡ ਇਨ ਯੂਰ ਮਾਊਥ। ਹਾਂਜੀ। ਐਂਡ ਐਜ਼ ਸੂਨ ਐਜ਼ ਫੂਡ ਇਜ਼ ਇਨ ਦਾ ਮਾਊਥ ਬੀ ਮੈਸਟੀਕੇਟਡ, ਚਬਾਉਂਦੇ ਆ ਉਹਨੂੰ ਆਪਣੇ ਦੰਦਾਂ ਦੇ ਨਾਲ। ਸਪੈਸ਼ਲੀ ਜਿਹੜੀਆਂ ਸਾਡੀਆਂ ਬੈਕ ਟੂਥ ਨੇ, ਜੋ ਦਾੜਾਂ ਕਹਿੰਦੇ ਨੇ, ਮੋਲਰ, ਪ੍ਰੀ ਮੋਲਰ, ਹਾਂਜੀ, they will break the food into small pieces and ਜਿਹੜਾ ਸਾਡਾ ਸਲਾਈਵਾ ਆ ਉਹਦੇ ਨਾਲ ਫੂਡ ਮਿਕਸ ਹੋ ਜਾਂਦਾ, ਜਿਹਨੂੰ ਆਪਾਂ ਥੁੱਕ ਕਹਿੰਦੇ ਆ ਪੰਜਾਬੀ। ਹਾਂਜੀ। ਤੇ ਇਹ ਬੋਲਸ ਇਜ਼ ਫਾਰਮਡ, ਸਮall bolus। ਹਾਂਜੀ।
Towards the end of the first stage, second stage starts. The tongue will elevate and push the food back into the throat. ਹਾਂਜੀ ਸਾਡੇ ਗਲੇ 'ਚ ਖਾਣਾ ਚਲਾ ਜਾਂਦਾ ਹੈ। ਸਹੀ ਇਸ ਸਟੇਜ ਤੇ ਜਦੋਂ ਖਾਣਾ ਸਾਡੇ ਗਲੇ ਚਲਾ ਗਿਆ, that is involuntary, we cannot control, we have to swallow it. ਜਿੰਨੀ ਦੇਰ ਖਾਣਾ ਮੂੰਹ ਦੇ ਵਿੱਚ ਹੈ, you can spit it out if you don't like it. ਹਾਂਜੀ ਹੁਣ ਜਦੋਂ ਖਾਣਾ ਸਾਡੇ ਗਲੇ ਵਿੱਚ ਚਲਾ ਗਿਆ, ਇਸ ਸਟੇਜ ਤੇ ਜਿਹੜਾ ਸਾਡਾ ਨੱਕ ਦੀ ਓਪਨਿੰਗ ਹੈ ਬੈਕ ਸਾਈਡ ਤੋਂ, ਉਹ ਸਾਡੀ ਸੌਫਟ ਪੈਲੇਟ ਉਹਨੂੰ ਬੰਦ ਕਰ ਦਿੰਦੀ ਹੈ ਤਾਂ ਕਿ ਖਾਣਾ ਨੱਕ ਵਿੱਚ ਨਾ ਜਾਵੇ। ਲਿਪਸ ਸਾਡੇ ਅੱਗਿਓਂ ਬੰਦ ਹੋ ਜਾਣੇ ਤਾਂ ਕਿ ਮੂੰਹ ਵਿੱਚੋਂ ਖਾਣਾ ਬਾਹਰ ਨਾ ਆਵੇ। ਤੇ ਜਿਹੜਾ ਸਾਡਾ ਲੇਅਰਿੰਗਸ ਹੈ, that will elevate and the vocal cords will get in touch with each other, they will be adducted and the epiglottis falls back so that the food doesn't get into your windpipe and lungs. There is only one passage open now, that is the esophageal opening, and food can only go in one direction, that is into the food pipe, then into the stomach. ਓਹ ਵਾਓ, ਕਿੰਨਾ ਨੈਚੁਰਲੀ ਚੀਜ਼ ਆਪਣੇ ਆਪ ਹੀ ਸਾਰਾ ਆਟੋਮੈਟਿਕਲੀ ਜਿੱਦਾਂ ਕੰਮ ਹੋ ਰਿਹਾ ਹੁੰਦਾ, ਵੀ ਡੋਨਟ ਹੈਵ ਟੂ, ਆਵਰ ਬ੍ਰੇਨ ਇਜ਼ ਸੈਂਡਿੰਗ ਮੈਸੇਜ ਐਂਡ It's really amazing. ਯੈਸ, ਸੋ ਨਾਈਸ। ਤੇ ਡਾਕਟਰ ਸਾਹਿਬ ਨੈਕਸਟ ਜਿੱਦਾਂ ਹੁਣ ਦੈਟਸ ਅ ਸਿੰਪਲ, ਮੋਸਟ ਆਫ ਦਾ ਆਵਰ ਹਿਊਮਨ ਬਾਡੀ ਵਰਕਸ ਦੈਟ ਵੇ, ਪਰ ਕਈਆਂ ਨੂੰ ਜਿੱਦਾਂ ਜਦੋਂ ਡਿਸਆਰਡਰ ਹੋ ਜਾਂਦੇ ਨੇ, ਉਹ ਕਿਹੜੇ ਡਿਸਆਰਡਰਸ ਇਹਦੇ ਵਿੱਚ ਹੁੰਦੇ ਨੇ ਜਦੋਂ ਕਿ ਤੁਹਾਨੂੰ ਟ੍ਰੀਟਮੈਂਟ ਦੀ ਲੋੜ ਪੈਂਦੀ ਹੈ, ਜਾਂ ਕਿਹੜੇ ਸਾਈਨ ਨੇ ਜਿਹੜੇ ਪਹਿਲੇ ਅਸੀਂ ਸਾਇੰਸ ਦੱਸ ਦਿੰਦੇ ਹਾਂ ਵੀ ਜਰਨਲ ਜਿਹੜੇ ਸਿੰਪਟਮਸ ਨੇ ਡਿਸਆਰਡਰ ਦੇ, ਥਰੋਟ ਦੇ ਜਾਂ ਸਵਾਲੋਇੰਗ ਦੇ, ਉਹ ਕਿਹੜੇ ਆਉਂਦੇ ਨੇ? ਡਿਸਆਰਡਰਸ ਬਹੁਤ ਸਾਰੇ ਨੇ, ਬਟ ਜਿਹੜੇ ਮੇਨਲੀ ਸਾਨੂੰ ਵੀ ਫੇਸ ਐਵਰੀ ਡੇ ਔਰ ਡੇ ਟੂ ਡੇ ਲਾਈਫ, ਹਾਂਜੀ, ਜਿੱਦਾਂ ਸਾਡੇ ਗਲੇ ਦੇ ਵਿੱਚ ਟੌਨਸਲਾਈਟਿਸ, ਪੈਰੀਟੌਨਸਲਰ ਐਬਸੈਸ, ਫਿਰ ਦੂਸਰਾ ਮੂੰਹ ਦੇ ਵਿੱਚ ਛਾਲੇ ਹੋ ਜਾਣੇ, ਹਾਂਜੀ, ਮੂੰਹ ਦੇ ਵਿੱਚ ਕੋਈ ਫੰਗਲ ਇਨਫੈਕਸ਼ਨ ਹੋ ਜਾਣੀ, ਜਾਂ ਕੋਈ ਡੇਂਜਰਸ ਅਲਸਰ ਵਗੈਰਾ, ਜਿੱਦਾਂ ਹਾਂਜੀ, ਕੈਂਸਰ ਵਗੈਰਾ ਹੋ ਜਾਣਾ। ਤੇ ਉਹ ਤੋਂ ਅੱਗੇ ਫਿਰ ਸਾਡੇ ਗਲੇ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਨੇ, ਦਾ ਟੰਗ ਵੇਸ ਤੇ ਟਿਊਮਰ ਹੋ ਸਕਦਾ ਹੈ, ਐਪੀਗਲੋਟਸ ਦੀਆਂ ਪ੍ਰੋਬਲਮਸ ਹੋ ਸਕਦੀਆਂ ਨੇ, ਵੋਕਲ ਕੋਰਡਸ ਦੀਆਂ ਪ੍ਰੋਬਲਮਸ ਲਾਈਕ ਵੋਕਲ ਕੋਰਡ ਤੇ ਕੋਈ ਅਲਸਰ ਹੋ ਜਾਏ, ਹਾਂਜੀ, ਕੈਂਸਰ ਹੋ ਸਕਦਾ, ਵੋਕਲ ਕੋਰਡ ਦੀ ਪੈਰਾਲਿਸਿਸ ਹੋ ਜਾਂਦਾ, ਪੋਲਿਸੀ ਹੋ ਜਾਂਦੀ ਹੈ। ਤੇ ਲੇਰਿੰਗਸ ਦੇ ਆਲੇ ਦੁਆਲੇ ਹੋਰ ਬੜੇ ਸਾਡੀ ਬੋਡੀ ਦੇ ਪਾਰਟ ਨੇ, ਉਹ ਜੇ ਉਹਨਾਂ ਵਿੱਚ ਦਿੱਕਤ ਹੋ ਜਾਏ ਤਾਂ ਸਾਨੂੰ ਬੋਲਣ ਵਿੱਚ ਪ੍ਰੋਬਲਮ ਆਉਂਦੀ ਹੈ। ਹਾਂਜੀ, ਤੇ ਸਾਡਾ ਜਿਹੜਾ ਫੂਡ ਪਾਈਪ ਦਾ ਅੱਪਰ ਐਂਡ ਹੈ, ਉਹਦੇ ਵਿੱਚ ਪ੍ਰੋਬਲਮ ਹੋ ਜਾਏ, ਉਹ ਵੀ ਗਲੇ ਦੇ ਵਿੱਚ ਹੀ ਹੁੰਦਾ ਹੈ, ਉੱਥੇ ਫਰੰਜੀਅਲ ਪਾਊਚ ਹੋ ਜਾਂਦਾ ਹੈ, ਜਾਂ ਉੱਥੇ ਵੀ ਟਿਊਮਰ ਵਗੈਰਾ ਹੋ ਜਾਏ, ਕੈਂਸਰ ਵਗੈਰਾ ਹੋ ਜਾਏ, ਫਿਰ ਵੀ ਸਾਨੂੰ ਪ੍ਰੋਬਲਮ ਆਉਂਦੀ ਹੈ। ਸੋ ਜਿਹੜੀ ਥਰੋਟ ਹੈ ਐਕਚੁਅਲੀ ਉਹਦਾ ਦੇਖਿਆ ਜਾਏ ਤਾਂ ਬਹੁਤ ਵੱਡਾ ਸਾਰਾ ਹੀ ਜਿਹੜਾ ਹੈਗਾ ਕਨੈਕਸ਼ਨ ਪੂਰੀ ਬਾਡੀ ਨਾਲ ਜੁੜਿਆ ਹੋਇਆ ਹੈ। ਬਿਲਕੁਲ ਖਾਣ ਦੇ ਨਾਲ ਗੋਇੰਗ ਇਨ ਫੂਡ ਸਿਸਟਮ। ਦੇਖੋ ਨਾ, ਜਿਹੜਾ ਮੇਨ ਕੰਮ ਹੈ ਸਾਡੇ ਥਰੋਟ ਦਾ, ਖਾਣਾ ਖਾਣਾ, ਹਾਂਜੀ, ਬੋਲਣਾ, ਸਾਹ ਲੈਣਾ, ਤੇ ਬੇਸਿਕ ਨੀਡ ਆਫ ਆਵਰ, ਬੇਸਿਕਲੀ ਸਾਰੀ ਬੋਡੀ ਇਹਦੇ ਨਾਲ ਹੀ ਚੱਲਦੀ ਹੈ। ਖਾਣਾ ਖਾਓਗੇ, ਸਾਹ ਲਓਗੇ, ਨਹੀਂ ਤੇ ਯੂ ਕਾਂਟ ਰੀਲੀ ਸਰਵਾਈਵ। ਸੋ ਸਟਾਰਟ ਕਰਾਂਗੇ ਡਾਕਟਰ ਸਾਹਿਬ, ਜਿਹੜੇ ਸਾਡੇ ਮੇਨ ਜਿਹੜੇ ਸਾਇੰਸ ਹੁੰਦੇ ਆ ਤੁਹਾਡੇ ਦੇਖਣ ਦੇ ਵਿੱਚ ਆਏ ਆ, ਜਿਹੜੀਆਂ ਬਿਮਾਰੀਆਂ ਤੁਸੀਂ ਦੱਸੀਆਂ, ਦੇਰ ਇਜ਼ ਅ ਵੈਰੀ ਬਿਗ ਲਿਸਟ, ਉਹ ਅਸੀਂ ਫਿਰ 1 ਬਾਏ 1 ਗੱਲਬਾਤ ਕਰਾਂਗੇ ਉਹਦੇ ਬਾਰੇ। ਬਟ ਕਾਮਨ ਸਾਇੰਸ ਜਿਹੜੇ ਤੁਸੀਂ ਤੁਹਾਡੇ ਦੇਖਣ ਦੇ ਵਿੱਚ ਆਏ ਆ ਵੀ ਇਹ ਜਿਹੜੇ ਡਿਸਆਰਡਰ ਨੇ, ਇਹਦੇ ਵਿੱਚ ਇਹ ਪ੍ਰੋਬਲਮਸ ਤੁਸੀਂ ਤੁਹਾਨੂੰ ਪਹਿਲੇ ਹੀ ਫੇਸ ਤੁਸੀਂ ਕਰਨੇ ਚਾਲੂ ਹੋ ਜਾਂਦੇ ਹੋ? ਹਾਂਜੀ, ਯੂਜ਼ਲੀ ਜਿਹੜੀਆਂ ਇਹਦੀਆਂ ਨਿਸ਼ਾਨੀਆਂ ਨੇ ਨਾ, ਹਾਂਜੀ, ਪੇਸ਼ੈਂਟ ਡਾਕਟਰ ਦੇ ਕੋਲ ਜਾਵੇਗਾ ਜਾਂ ਸਾਡੇ ਕੋਲ ENT ਵਾਲਿਆਂ ਕੋਲ ਆਏਗਾ, ਪਹਿਲੇ ਪੇਸ਼ੈਂਟ ਅਕਸਰ ਆਪਣੇ ਜਨਰਲ ਪ੍ਰੈਕਟੀਸ਼ਨਰ ਕੋਲ ਜਾਂਦੇ ਨੇ। ਹਾਂਜੀ, ਉੱਥੇ ਜਾ ਕੇ ਦੱਸਣਗੇ, ਡਾਕਟਰ ਸਾਹਿਬ ਮੇਰੇ ਗਲੇ ਦੇ ਵਿੱਚ ਪ੍ਰੋਬਲਮ ਹੈ, ਬੋਲ ਨਹੀਂ ਸਕਦਾ, ਮੇਰੀ ਆਵਾਜ਼ ਭਾਰੀ ਹੋ ਗਈ ਆ, ਹੋਰਸ ਵੌਇਸ, ਹਸਕੀ ਵੌਇਸ, ਹਾਂਜੀ, ਹਾਂਜੀ, ਮੈਂ ਆਈ ਕੈਨ ਨਾਟ ਸਿੰਗ, ਆਈ ਕੈਨ ਨਾਟ ਰੇਜ਼ ਦਾ ਪਿਚ ਆਫ ਮਾਈ ਵੌਇਸ। ਇਹ ਜੇ ਕੁਛ ਦਿਨ ਤੁਸੀਂ ਵੇਟ ਕਰ ਸਕਦੇ ਹੋ, 2-3 ਹਫ਼ਤੇ, ਪਰ ਜੇ ਅਗਰ ਇੰਨੇ ਟਾਈਮ ਦੇ ਵਿੱਚ ਠੀਕ ਨਾ ਹੋਵੇ, ਇਹਨੂੰ ਇਗਨੋਰ ਨਾ ਕਰੋ, ਆਪਣੇ ਡਾਕਟਰ ਨੂੰ ਜਾ ਕੇ ਜ਼ਰੂਰ ਦਿਖਾਉਣਾ, ਸੋ ਦੈਟ ਉਹ ਤੁਹਾਨੂੰ ਟਰੀਟ ਕਰ ਦੇਣ। ਜੇ ਨਹੀਂ ਤਾਂ ਤੁਹਾਨੂੰ ਅੱਗੇ ਉਹ ਰੈਫਰ ਕਰ ਸਕਦੇ ਨੇ।
ਫਿਰ ਅਕਸਰ ਪੇਸ਼ੈਂਟ ਨੂੰ ਪੁੱਛਿਆ ਜਾਏਗਾ ਡਾਕਟਰਾਂ ਵੱਲੋਂ ਕਿ ਤੁਹਾਨੂੰ ਕੋਈ ਗਲੇ ਵਿੱਚ ਦਰਦ ਤਾਂ ਨਹੀਂ ਹੈ, ਖਾਣਾ ਖਾਣ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈ, ਕੋਈ weight loss, ਸਿਗਰਟ ਕਿੰਨੀ ਪੀਂਦੇ ਹੋ, ਜੇ ਪੀਂਦੇ ਹੋ ਤਾਂ ਕਿੰਨੀਆਂ ਸਿਗਰਟ ਪੀਂਦੇ ਹੋ, ਅਲਕੋਹਲ ਕਿੰਨੀ ਲੈਂਦੇ ਹੋ, ਪ੍ਰੋਫੈਸ਼ਨ ਪੁੱਛਿਆ ਜਾਂਦਾ ਕਿਉਂਕਿ ਜਿਹੜੀਆਂ ਆਵਾਜ਼ ਦੀਆਂ ਪ੍ਰੋਬਲਮਸ ਨੇ ਇਹ ਜਿਹੜੇ ਲੋਕੀ ਆਵਾਜ਼ ਦੇ ਨਾਲ ਆਵਾਜ਼ ਨੂੰ ਜ਼ਿਆਦਾ ਯੂਜ਼ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਹੁੰਦੀਆਂ ਨੇ, ਜਿੱਦਾਂ ਸਿੰਗਰ ਹੋਏ, ਟੀਚਰ, ਪ੍ਰੀਚਰ, ਪੋਲੀਟੀਸ਼ੀਅਨ ਐਂਡ nowadays common trend even anybody working in call center they are talking on the phone all the time, so they are putting a lot of stress and strain on their vocal cord and have problems. ਉਹ ਤੋਂ ਬਾਅਦ ਫਿਰ ਕੋਈ ਸਾਹ ਲੈਣ ਦੇ ਵਿੱਚ ਪ੍ਰੋਬਲਮ ਹੋਵੇ, ਉਹ ਨਾਲ ਟੈਂਪਰੇਚਰ ਹੋਵੇ, ਇਹ ਸਾਰੀਆਂ ਹਿਸਟਰੀ ਦੇ ਵਿੱਚ ਜਿੱਦਾਂ ਫਿਰ ਕਾਮਨ ਡਿਸਆਰਡਰ ਨਾਊਅਡੇਜ਼ ਗੈਸਟ੍ਰੋਇਸੋਫੇਜੀਅਲ ਰਿਫਲਕਸ ਹੈ, ਉਹਦੇ ਵਿੱਚ ਤੁਹਾਨੂੰ ਅਕਸਰ ਪੇਸ਼ੈਂਟ ਕਹੇਗਾ ਕਿ ਆਈ ਫੀਲਿੰਗ ਸੈਂਸੇਸ਼ਨ ਆਫ ਲੰਪ ਇਨ ਮਾਈ ਥਰੋਟ, ਜਿੱਦਾਂ ਗਲੇ ਦੇ ਵਿੱਚ ਨਾ ਕੁਛ ਫਸਿਆ ਹੈ, ਮੈਂ ਗਲਾ ਬਾਰ-ਬਾਰ ਮੈਂ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਖਾਣਾ ਖਾਣ 'ਚ ਕੋਈ ਪ੍ਰੋਬਲਮ ਨਹੀਂ ਹੈ ਬਟ ਆਈ ਫੀਲ ਕਿ ਗਲੇ ਦੇ ਵਿੱਚ ਕੁਛ ਫਸਿਆ ਹੋਇਆ ਹੈ। ਹਾਂਜੀ, ਹਾਰਟ ਵਨ, ਇੰਡਾਈਜੈਸ਼ਨ, ਕਫ, ਡਰਾਈ ਕਫ ਤੇ ਸਾਹ ਲੈਣ ਦੇ ਵਿੱਚ ਕੋਈ ਪ੍ਰੋਬਲਮ ਹੋਵੇ, ਦੈਟ ਆਲ ਬਿਕਮਸ ਅ ਪਾਰਟ ਆਫ ਹਿਸਟਰੀ। ਇਹ ਅਸੀਂ ਉਹਨਾਂ ਨੂੰ ਕੁਐਸਚਨ ਪੁੱਛਦੇ ਹਾਂ। ਉਹ ਤੋਂ ਬਾਅਦ ਫਿਰ ਅਸੀਂ ਪੇਸ਼ੈਂਟ ਨੂੰ ਐਗਜ਼ਾਮਿਨ ਕਰਦੇ ਹਾਂ। ਐਗਜ਼ਾਮੀਨੇਸ਼ਨ ਸ਼ੁਰੂ ਹੁੰਦਾ ਹੈ ਪਹਿਲਾਂ ਪੇਸ਼ੈਂਟ ਦੇ ਮੂੰਹ ਦਾ ਐਗਜ਼ਾਮਿਨ ਕਰਦੇ ਹਾਂ, ਮੂੰਹ ਕਹਿੰਦੇ ਓਪਨ ਯੂਰ ਮਾਊਥ, ਨਹੀਂ ਪੂਰਾ ਮੂੰਹ ਖੋਲੋ, ਜਿੱਦਾਂ ਡੈਂਟਿਸਟ ਕੋਲ ਜਿੱਦਾਂ ਆਪਾਂ ਚਾਹੀਦਾ। ਮੂੰਹ ਦੇ ਵਿੱਚ ਪਹਿਲਾਂ ਫਿਰ ਦੇਖਾਂਗੇ ਅਸੀਂ ਲਾਈਨਿੰਗ ਇਨਸਾਈਡ ਬਕਲ ਮੈਕੋਜ਼ਾ, ਇਨਸਾਈਡ ਦਾ ਲਿਪਸ, ਕੋਈ ਪ੍ਰੋਬਲਮ ਤਾਂ ਨਹੀਂ ਹੈ, ਕੋਈ ਅਲਸਰ ਹੋਵੇ, ਕੋਈ ਲੰਪ ਹੋਵੇ ਜਾਂ ਕੋਈ ਇਨਫੈਕਸ਼ਨ ਹੋਵੇ, ਜਿੱਦਾਂ ਫੰਗਲ ਇਨਫੈਕਸ਼ਨ ਹੋਈ, ਤੇ ਫਿਰ ਉਹਨਾਂ ਦੀਆਂ ਟੰਗ ਦੀਆਂ ਮੂਵਮੈਂਟਸ ਨੋਟ ਕੀਤੀਆਂ ਜਾਂਦੀਆਂ ਨੇ ਕਿ ਇਜ਼ ਦਾ ਟੰਗ ਮੂਵਿੰਗ ਓਕੇ, ਬਿਕੋਜ਼ ਟੰਗ ਇਜ਼ ਐਨ ਇੰਪੋਰਟੈਂਟ organ for our speech। ਤੇ ਟੰਗ ਦੇ ਦੇਖਦੇ ਆ ਕੋਈ ਅਜੀਬ ਦਾ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੈ। ਉਹ ਤੋਂ ਅੱਗੇ ਟੌਂਸਲ ਦੇਖਾਂਗੇ, ਟੌਂਸਲਾਈਟਿਸ ਵਗੈਰਾ। ਫਿਰ 2 ਨੰਬਰ ਪਿਕਚਰ ਮੈਂ ਤੁਹਾਨੂੰ ਦਿਖਾਵਾਂਗਾ, ਇੱਕ ਇੰਸਟਰੂਮੈਂਟ ਹੈ ਜਿਹੜਾ ਕਿ ਆਮ ਅੱਜ ਕੱਲ੍ਹ ਵਰਤਿਆ ਜਾਂਦਾ, ਇਹਨੂੰ ਫਲੈਕਸੀਬਲ ਲੇਜ਼ਰ ਐਂਡੋਸਕੋਪ ਕਹਿੰਦੇ ਆ। ਇਹ ਅਸੀਂ ਨੱਕ ਦੇ ਰਾਹੀਂ ਪਾ ਕੇ ਜੀਭ ਦੇ ਪਿਛਲੇ ਪਾਸੇ ਜਾ ਕੇ, ਨੱਕ ਦੇ ਪਿਛਲੇ ਪਾਸੇ, ਜੀਭ ਦੇ ਪਿਛਲੇ ਪਾਸੇ ਜਾ ਕੇ ਇਹਦੇ ਨਾਲ ਤੁਸੀਂ ਟੰਗ ਵੇਸ, ਵੋਕਲ ਕੌਰਡਸ, ਲੇਰਿੰਗਸ ਤੇ ਅਪਰ ਪਾਰਟ ਆਫ ਦਾ ਫੂਡ ਪਾਈਪ ਯੂ ਕੈਨ ਐਗਜ਼ਾਮਿਨ ਐਂਡ ਦੇਖਦੇ ਹੋ ਕਿ ਉੱਥੇ ਪ੍ਰੋਬਲਮ ਹੈ ਕਿ ਨਹੀਂ ਹੈ। ਠੀਕ ਹੈ ਜੀ। ਇਹ ਤੋਂ ਅੱਗੇ ਫਿਰ ਆਪਾਂ ਚੱਲਦੇ ਹਾਂ, ਆਪਾਂ ਗਲਾ ਫੀਲ ਕਰਦੇ ਹਾਂ, ਨੈਕ ਫੀਲ ਕਰਦੇ ਹਾਂ। ਬਾਈ ਨਾਓ ਜਿਹੜਾ ਡਾਕਟਰ ਹੈ ਤੁਹਾਡਾ ਜਾਂ ENT ਸਪੈਸ਼ਲਿਸਟ ਨੇ, ਦੇ ਵਿਲ ਹੈਵ ਅ ਫੇਅਰ ਆਈਡੀਆ ਇਹਨਾਂ ਐਗਜ਼ਾਮਿਨ ਕਰਨ ਤੋਂ ਬਾਅਦ ਵਾਟਸ ਗੋਇੰਗ ਔਨ। ਉਹਦੇ ਹਿਸਾਬ ਨਾਲ ਫਿਰ ਇਨਵੈਸਟੀਗੇਸ਼ਨਸ ਆਰਡਰ ਕੀਤੀਆਂ ਜਾਂਦੀਆਂ ਨੇ, ਜਿੱਦਾਂ ਅਲਟਰਾਸਾਊਂਡ ਸਕੈਨ ਹੋਇਆ, ਫਾਈਨ ਨੀਡਲ ਐਸਪੀਰੇਸ਼ਨ ਸਾਈਟੋਲੋਜੀ ਹੋਈ, CT ਸਕੈਨ, MRI ਸਕੈਨ। ਫਿਰ ਡਿਪੈਂਡਿੰਗ ਅਪੋਨ ਕਿ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਹੈ, ਪੇਸ਼ੈਂਟ ਨੂੰ ਐਡਮਿਟ ਕਰਕੇ ਅੰਡਰ ਐਨਸਥੈਟਿਕ ਉਹਨਾਂ ਨੂੰ ਐਗਜ਼ਾਮਿਨ ਕੀਤਾ ਜਾਂਦਾ। ਤੇ ਇਫ there is something serious, we take a biopsy as well, which goes to pathologist and get a diagnosis and then treat the patient accordingly. So biopsy, Dr. Saab, is it ਜਿਹੜੀ throats ਵਗੈਰਾ ਦੀ biopsy ਲਿੱਤੀ ਜਾਂਦੀ ਹੈ ਕਿ it's internally ਜਦੋਂ stomach? ਤੁਸੀਂ ਐਗਜ਼ਾਮਿਨ ਕਰਦੇ ਹੋ ਨਾ ਪੇਸ਼ੈਂਟ ਨੂੰ, ਹਾਂਜੀ, ਜੇ ਮੂੰਹ ਦੇ ਵਿੱਚ ਹੈ, ਜੀਭ ਦੇ ਉੱਤੇ ਕੋਈ ਅਲਸਰ ਹੈ, so ਜਿਹੜੀ ਟੌਂਸਲ ਦੇ ਉੱਤੇ ਹੈ, ਫਿਰ ਟੌਂਸਲ ਦੀ ਵਾਪਸੀ ਲਵਾਂਗੇ, ਜੀਭ ਦੇ ਉੱਤੇ ਤੇ ਜੀਭ ਤੋਂ ਵਾਪਸੀ ਲਵਾਂਗੇ, ਜਿੱਥੇ ਪ੍ਰੋਬਲਮ ਹੈਗੀ ਹੈ ਨਾ। ਹਾਂਜੀ, ਜੇ ਵੋਕਲ ਕਾਰਡਸ ਦੇ ਉੱਤੇ ਹੈ, ਜਿਹੜੇ ਪਾਰਟ ਤੇ ਹੈ ਨਾ, ਉਹਨੂੰ ਜਦੋਂ ਅਸੀਂ ਦੇਖਦੇ ਹਾਂ ਉੱਥੋਂ ਵਾਪਸੀ ਲਵਾਂਗੇ। ਤੇ ਇੱਕ ਵਾਰੀ ਸਾਡੇ ਜਿਹੜੇ ਵਿਊਅਰਸ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਬਾਇਓਪਸੀ ਕੀ ਹੁੰਦਾ, ਉਹ ਥੋੜਾ ਜਿਹਾ ਤੁਸੀਂ ਦੱਸ ਦਿਓ ਕਿ ਵੀ ਬਾਇਓਪਸੀ ਹੁੰਦੀ ਕੀ ਹੈ। ਬਾਇਓਪਸੀ ਇਸ ਤਰ੍ਹਾਂ ਹੁੰਦਾ ਕਿ ਜੇ ਸਾਨੂੰ ਲੱਗਦਾ ਨਾ ਵੀ ਇਹ ਜਿਹੜੀ ਪ੍ਰੋਬਲਮ ਹੈ ਇਹ ਇਟ ਕੈਨ ਬੀ ਸਮਥਿੰਗ ਸਿਨਿਸਟਰ, ਸੀਰੀਅਸ, ਲਾਈਕ ਕੈਂਸਰ ਵਗੈਰਾ ਹੋ ਸਕਦਾ ਜੀ, ਨਾ ਵੀ ਹੋਵੇ ਕੈਂਸਰ, ਕੋਈ ਵੀ ਲੰਪ ਹੈ ਜਿਹੜਾ, ਹਾਂਜੀ, ਉਹਨੂੰ ਅਸੀਂ ਡਾਇਗਨੋਸ ਕਰਨ ਵਾਸਤੇ ਉਹਦਾ ਇੱਕ ਛੋਟਾ ਜਿਹਾ ਪੀਸ ਲੈਂਦੇ ਹਾਂ,
ਟੁਕੜਾ ਉਹਦਾ ਇੱਕ ਛੋਟਾ ਜਿਹਾ ਕੱਟ ਕੇ ਨਾ, ਹਾਂਜੀ, ਆਪਰੇਸ਼ਨ ਛੋਟਾ ਜਿਹਾ ਕਰਕੇ, ਜਦੋਂ ਪੇਸ਼ੈਂਟ ਨੂੰ ਬੇਹੋਸ਼ ਕਰਕੇ ਛੋਟਾ ਜਿਹਾ ਪੀਸ ਉਹਦਾ ਕੱਟ ਕੇ ਅਸੀਂ ਪੈਥੋਲੋਜੀ ਵਾਲਿਆਂ ਨੂੰ ਭੇਜਦੇ ਹਾਂ, ਪੈਥੋਲੋਜਿਸਟ ਨੂੰ। ਠੀਕ ਹੈ। ਉਹ ਪੈਥੋਲੋਜੀ ਵਾਲੇ ਫਿਰ ਉਹਨੂੰ ਦੇ ਸਟੱਡੀ ਇਟ ਅੰਡਰ ਮਾਈਕਰੋਸਕੋਪ, ਉੱਥੋਂ ਫਿਰ ਸਾਨੂੰ ਡਾਇਗਨੋਸਿਸ ਦਿੰਦੇ ਨੇ ਕਿ ਜਿਹੜਾ ਆ ਕੈਂਸਰ ਹੈ ਜਾਂ ਨਹੀਂ ਕੈਂਸਰ ਹੈ, ਕੋਈ ਇਨਫੈਕਸ਼ਨ ਹੈ। ਫਿਰ ਉੱਥੋਂ ਐਨ ਜਦੋਂ 100% ਕੰਪਲੀਟ ਹੋ ਜਾਂਦਾ, ਤੁਹਾਡਾ ਡਾਇਗਨੋਸਿਸ ਕਨਫਰਮ ਹੋ ਜਾਂਦਾ, ਫਿਰ ਤੁਸੀਂ ਅਕੋਰਡਿੰਗਲੀ ਟਰੀਟ ਕਰਦੇ ਹੋ। ਓਕੇ, ਸੋ ਟ੍ਰੀਟਮੈਂਟ ਇਨਵੈਸਟੀਗੇਸ਼ਨ ਕਰਨ ਵਾਸਤੇ ਬਾਇਓਪਸੀ ਬੇਸਿਕਲੀ ਕੀਤੀ ਬਹੁਤ ਜਾਂਦੀ ਹੈ। ਜ਼ਰੂਰੀ ਹੈ, ਡਾਇਗਨੋਸਿਸ ਤਾਂ ਬਣਦਾ ਹੀ ਬਾਅਦ ਤੋਂ। ਬੇਸ਼ੱਕ ਤੁਹਾਨੂੰ ਦੇਖ ਕੇ ਅਗਰ ਪਤਾ ਵੀ ਲੱਗ ਜਾਏ ਕੈਂਸਰ, ਜਿੱਦਾਂ ਹੁਣ ਅਸੀਂ ENT 'ਚ ਸਾਰੀ ਉਮਰ ਕੰਮ ਕੀਤਾ, ਹਾਂਜੀ, ਦੇਖ ਕੇ ਪਤਾ ਲੱਗ ਜਾਂਦਾ ਭਈ ਜੇ ਕੈਂਸਰ ਹੋਵੇ ਕੈਂਸਰ ਹੈ। ਬਟ ਆਈ ਵਿਲ ਨਾਟ ਸਟਾਰਟ ਟਰੀਟਮੈਂਟ ਜਿੰਨੀ ਦੇਰ ਅਸੀਂ ਉਹਦੀ ਬਾਇਓਪਸੀ ਲੈ ਕੇ 100% ਰਿਟਨ ਦੇ ਵਿੱਚ ਉਹ ਕਨਫਰਮ ਨਹੀਂ ਹੋ ਜਾਂਦਾ। ਸੋ ਰਿਟਨ ਕਨਫਰਮੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ, ਇਵਨ ਦੋ ਯੂ ਹੈਵ ਐਕਸਪੀਰੀਅੰਸ। ਹਾਂਜੀ। ਸੋ ਡਾਕਟਰ ਸਾਹਿਬ, ਹੁਣ ਅਸੀਂ ਚੱਲਾਂਗੇ ਕਿ ਜਿਹੜੇ ਅਸੀਂ ਡਿਸਆਰਡਰਸ ਤੁਸੀਂ ਮੈਂਸ਼ਨ ਕੀਤੇ ਸੀ ਵੀ ਦੇਖਣ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦਾ ਵਾਰੀ ਥੋੜਾ ਜਿਹਾ ਅਸੀਂ ਆਪਣੇ ਜਿਹੜੇ ਵਿਊਅਰਸ ਨੂੰ ਉਹਨਾਂ ਨੂੰ ਜਨਰਲ ਇਨਫੋਰਮੇਸ਼ਨ ਦੇ ਦਈਏ ਉਹਨਾਂ ਦੇ ਬਾਰੇ। ਹਾਂਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ, ਕਾਮਨ ਥਿੰਗਸ ਆਰ ਕਾਮਨ। ਮੈਂ ਤੁਹਾਨੂੰ ਜਿਹੜੀਆਂ ਕਾਮਨ ਅਸੀਂ ਰੋਜ਼ ਜ਼ਿੰਦਗੀ ਦੇ ਵਿੱਚ ਫੇਸ ਕਰਦੇ ਹਾਂ ਉਹਨਾਂ ਨਾਲ ਹੀ ਜ਼ਿਆਦਾ ਗੱਲਬਾਤ ਕਰਨੀ ਚਾਹਾਂਗਾ ਜੀ। ਸਭ ਤੋਂ ਜ਼ਿਆਦਾ ਕਾਮਨ ਹੈ ਕਿ ਟੌਨਸਿਲਾਈਟਿਸ। ਜੀ, ਟੌਨਸਿਲਾਈਟਿਸ ਬੱਚਿਆਂ ਦੇ ਵਿੱਚ ਹੁੰਦਾ ਜਾਂ ਅਡਲਟਸ ਦੇ ਵਿੱਚ। ਬੱਚਿਆਂ 'ਚ ਥੋੜਾ ਜ਼ਿਆਦਾ ਹੈ ਕਿਉਂਕਿ ਜਿਹੜੀਆਂ ਅਪਰ ਰੈਸਪੀਰੇਟਰੀ ਟਰੈਕਟ ਇਨਫੈਕਸ਼ਨਸ ਨੇ ਨਾ, ਹਾਂਜੀ, ਉਹ ਬੱਚਿਆਂ ਵਿੱਚ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਬੱਚੇ ਸਕੂਲ ਵਿੱਚ ਇੱਕ ਦੂਸਰੇ ਨਾਲ ਮਿਲਦੇ ਨੇ, ਹਾਂਜੀ, ਖੇਲਦੇ ਨੇ ਤੇ ਦੇ ਕੈਨ ਪਾਸ ਔਨ ਇਨਫੈਕਸ਼ਨ ਫਰੋਮ ਵਨ ਟੂ ਅਨਦਰ। ਇੱਕ ਬੱਚੇ ਨੂੰ ਸਕੂਲ ਕਲਾਸ ਦੇ ਵਿੱਚ ਹੋਵੇ ਤਾਂ ਸਾਰਿਆਂ ਨੂੰ ਹੋਣ ਦਾ ਡਰ ਹੁੰਦਾ ਨਾ ਫਿਰ, ਕਿਉਂਕਿ ਤੇ ਜਿਹੜੇ ਅਡਲਟ ਹੈ ਉਹਨਾਂ ਦੇ ਵਿੱਚ ਵੀ ਟੌਨਸਿਲਾਈਟਿਸ ਕਾਫੀ ਕਾਮਨ ਹੈ। ਜਦੋਂ ਇਹ ਟੌਨਸਿਲ ਦੀ ਇਨਫੈਕਸ਼ਨ ਹੁੰਦੀ ਹੈ ਤੇ ਪੇਸ਼ੈਂਟ ਸਾਡੇ ਕੋਲ ਆਉਂਦਾ ਵੀ ਮੇਰੇ ਗਲੇ ਦੇ ਵਿੱਚ ਨਾ ਇਹ ਜਿਹੜਾ ਟੌਪ ਵਾਲਾ ਪਾਰਟ ਹੈ, ਇੱਥੇ ਟੌਨਸਿਲ ਹੁੰਦੇ ਨੇ, ਬਹੁਤ ਜ਼ਿਆਦਾ ਦਰਦ ਹੁੰਦੀ ਹੈ, ਇੱਥੇ ਲਿੰਫ ਨੋਡ ਵੀ ਸਵੈਲ ਅਪ ਹੋ ਜਾਂਦੇ ਨੇ। ਤੇ ਪੇਸ਼ੈਂਟ ਅਕਸਰ ਆਏਗਾ, ਟੈਂਪਰੇਚਰ ਹੈ, not feeling well, I don't feel like doing anything because of pain। ਉਹਨਾਂ ਨੂੰ ਖਾਣਾ ਖਾਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ, they can't swallow properly। ਫਿਰ ਇਹ ਜਿਹੜੀ ਇਨਫਲੇਮੇਸ਼ਨ ਹੈ, ਕਈ ਵਾਰੀ ਫਰੰਜਾਈਟਿਸ ਦੇ ਥੱਲੇ ਲੇਰਿੰਕਸ ਵੱਲ ਜਾ ਕੇ ਵੋਕਲ ਕਾਰਡਸ ਨੂੰ ਇਫੈਕਟ ਕਰਦੀ ਹੈ ਤੇ ਤੁਸੀਂ ਬੋਲ ਨਹੀਂ ਸਕਦੇ ਪ੍ਰੋਪਰਲੀ। ਇਹ ਜਦੋਂ ਟੌਨਸਿਲਾਈਟਿਸ ਹੁੰਦਾ, ਯੂਜ਼ਲੀ ਤੁਹਾਡੇ ਜਿਹੜੇ ਡਾਕਟਰ ਨੇ, ਜਨਰਲ ਪ੍ਰੈਕਟੀਸ਼ਨਰ ਨੇ, ਉਹ ਤੁਹਾਨੂੰ ਟਰੀਟ ਕਰ ਦਿੰਦੇ ਨੇ। ਬਟ ਬਹੁਤ ਸਾਰੇ ਕੇਸਿਸ ਦੇ ਵਿੱਚ ਜਦੋਂ ਇਹ ਸਵੀਅਰ ਫਾਰਮ ਦੇ ਵਿੱਚ ਹੁੰਦਾ ਤੇ ਪੇਸ਼ੈਂਟ ਕੈਨ ਨਾਟ ਸਵਾਲੋ, ਉਹਨਾਂ ਨੂੰ ਫਿਰ ENT ਵਾਰਡ 'ਤੇ ਭੇਜਿਆ ਜਾਂਦਾ, ਜਿੱਥੇ ਕਿ ਉਹਨਾਂ ਨੂੰ ENT ਵਾਰਡ 'ਤੇ ਐਡਮਿਟ ਕਰਕੇ ਉਹਨਾਂ ਨੂੰ IV ਫਲੂਇਡ, IV ਐਂਟੀਬਾਇਓਟਿਕਸ, ਰੀਹਾਈਡਰੇਸ਼ਨ ਵਗੈਰਾ ਉਹਨਾਂ ਦੀ ਕੀਤੀ ਜਾਂਦੀ ਹੈ, ਗੁੱਡ ਪੇਨ ਕੰਟਰੋਲ। ਐਂਡ ਵੈਨ ਇਨ ਏ ਡੇ ਔਰ ਟੂ ਉਹ ਖਾਣਾ ਪੀਣਾ ਸ਼ੁਰੂ ਕਰ ਦਿੰਦੇ ਨੇ ਤਾਂ ਅਸੀਂ ਉਹਨਾਂ ਨੂੰ ਘਰ ਭੇਜਦੇ ਨੇ, ਛੁੱਟੀ ਹੋ ਜਾਂਦੀ ਹਸਪੀਟਲ ਤੋਂ। ਬਟ ਡਿਪੈਂਡਿੰਗ ਪੌਨ ਕਿ ਉਹਨਾਂ ਨੂੰ ਕਿੰਨਾ ਕੁ ਜ਼ਿਆਦਾ ਟੌਨਸਿਲਾਈਟਿਸ ਹੁੰਦਾ, ਸਾਲ ਦੇ ਵਿੱਚ 7-8 ਵਾਰੀ ਇਨਫੈਕਸ਼ਨ ਹੁੰਦੀ ਹੈ, ਫਿਰ ਅਸੀਂ ਉਹਨੂੰ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਆਪਣੇ ਟੌਨਸਿਲ ਦਾ ਆਪਰੇਸ਼ਨ ਕਰਾ ਦਿਓ। ਬੱਚਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੈ। ਸੋ ਉਹਦਾ ਕੋਈ ਖਤਰਾ ਤੇ ਨਹੀਂ ਹੁੰਦਾ ਟੌਨਸਿਲ ਜਦੋਂ ਮੂਵ ਕਰਦੀ ਹੈ? ਟੌਨਸਿਲ ਦੇ ਖਤਰਾ ਨਹੀਂ, ਟੌਨਸਿਲਾਈਟਿਸ ਦਾ ਸੱਚ ਕੋਈ ਖਤਰਾ ਨਹੀਂ ਹੈ। ਬਟ ਇੱਕ ਇਹਦੀ ਬੜੀ ਹੋਰ ਸੀਰੀਅਸ ਕੰਡੀਸ਼ਨ, ਸਵੀਅਰ ਕੰਡੀਸ਼ਨ, ਇਟਸ ਨਾਟ ਸੀਰੀਅਸ, ਇਟਸ ਸਵੀਅਰ। ਕਈ ਵਾਰੀ ਟੌਨਸਿਲ ਦੇ 3 ਨੰਬਰ ਪਿਕਚਰ ਦਿਖਾਵਾਂਗੇ, ਹਾਂ, ਕੁਇਨਜ਼ੀ ਕਹਿੰਦੇ ਅਸੀਂ ਉਹਨੂੰ, ਹਾਂਜੀ, ਪੈਰੀਟੌਨਸਿਲਰ ਐਬਸਸ ਇਹ ਹੁੰਦੀ ਹੈ, ਟੌਨਸਿਲ ਦੇ ਆਲੇ ਦੁਆਲੇ ਪਸ ਪੈ ਜਾਂਦੀ ਹੈ। ਓਕੇ, ਪੀਕ ਭਰ ਜਾਂਦੀ ਹੈ ਜਿਹਨੂੰ ਤੁਸੀਂ ਪਸ ਕਹਿੰਦੇ ਆ ਨਾ। ਹਾਂਜੀ, ਇਹ ਜਿਹੜੀ ਜੇ ਰਾਈਟ ਸਾਈਡ ਤੇ ਆ ਜਾਂ ਲੈਫਟ ਸਾਈਡ ਤੇ ਆ, ਇਹ ਇਟਸ ਵੈਰੀ ਪੇਨਫੁਲ ਕੰਡੀਸ਼ਨ। ਪੇਸ਼ੈਂਟ ਵਿਲ ਨਾਟ ਬੀ ਏਬਲ ਟੂ ਟਾਕ, ਵਿਲ ਨਾਟ ਬੀ ਏਬਲ ਟੂ ਸਵਾਲੋ। ਤੇ ਕਿਉਂਕਿ ਜਿਹੜੇ ਇਹ ਜੌ ਦੇ ਮਸਲ ਨੇ ਨਾ, ਉਹ ਐਬਸਸ ਦੇ ਪਸ ਕਰਕੇ ਉਹਨਾਂ ਦਾ ਸਪਾਜ਼ਮ ਹੋ ਜਾਂਦਾ ਹੈ। ਪੇਸ਼ੈਂਟ ਵਿਲ ਨਾਟ ਬੀ ਏਬਲ ਟੂ ਚਿਊ ਦਾ ਫੂਡ ਪ੍ਰੋਪਰਲੀ। ਫਿਰ ਇਹ ਜਿਹੜੇ ਪੇਸ਼ੈਂਟ ਨੇ, ਇਹ ਯੂਜ਼ਲੀ ENT ਵਾਰਡ 'ਤੇ ਟਰੀਟ ਕੀਤੇ ਜਾਂਦੇ ਨੇ। ਹਾਂਜੀ, ਤੇ ਇਹਨਾਂ ਨੂੰ
ਐਡਮਿਟ ਕਰਕੇ IV ਫਲੂਇਡ ਦਿੱਤੇ ਜਾਂਦੇ ਨੇ, IV ਐਂਟੀਬਾਇਓਟਿਕ ਦਿੱਤੇ ਜਾਂਦੇ ਨੇ, ਗੁੱਡ ਪੇਨ ਕੰਟਰੋਲ, ਤੇ ਇਹਨਾਂ ਦੀ ਪਸ ਜਿਹੜੀ ਉਹ ਐਸਪੀਰੇਟ ਕੀਤੀ ਜਾਂਦੀ ਹੈ ਜਾਂ ਉਹਨਾਂ ਪਸ ਨੂੰ ਡਰੇਨ ਕੀਤਾ ਜਾਂਦਾ ਹੈ। ਜਿੱਥੇ ਵੀ ਕਿਤੇ ਬੋਡੀ 'ਚ ਪਸ ਬਣੇਗੀ ਉਹਦਾ ਰੂਲ ਹੈ ਕਿ ਯੂ ਵਿਲ ਹੈਵ ਟੂ ਲੈਟ ਦ ਪਸ ਆਊਟ, ਯੂ ਵਿਲ ਹੈਵ ਟੂ ਡਰੇਨ ਇਟ ਆਊਟ, ਨਹੀਂ ਤਾਂ ਪਸ ਠੀਕ ਨਹੀਂ ਹੋਏਗੀ। ਤੇ ਜਦੋਂ ਪਸ ਅਸੀਂ ਡਰੇਨ ਆਊਟ ਕਰ ਦਿੰਦੇ ਹਾਂ ਤੇ ਪੇਸ਼ੈਂਟ ਬਹੁਤ ਜਲਦੀ ਰਿਕਵਰ ਹੋ ਜਾਂਦਾ। And maybe after few hours they start eating and drinking, talking, but they remain on the ward for a day or two, and when they are absolutely fine, then we let them go home. So pus drain ਕਰਨ ਦਾ ਤਰੀਕਾ ਕੀ ਹੁੰਦਾ? What do you do with it? ਪਸ ਜਿਹੜਾ ਡਰੇਨ ਕਰਨ ਦਾ ਅਸੀਂ ਪੇਸ਼ੈਂਟ ਨੂੰ ਕਨਵਿੰਸ ਕਰਕੇ ਪੇਸ਼ੈਂਟ ਨੂੰ ਦੱਸ ਦਈਦਾ। ਹਾਂਜੀ। ਤੇ ਉਹਦਾ ਮੂੰਹ ਅਸੀਂ ਜਿੱਦਾਂ ਐਗਜ਼ਾਮਿਨ ਕਰੀਦੇ ਨਾ ਟੌਂਸਲ ਵਗੈਰਾ, ਟੰਗ ਡਿਪਰੈਸਰ ਨਾਲ, ਹਾਂਜੀ, ਤੁਹਾਡੀ ਟੰਗ ਡਿਪਰੈਸ ਕਰਕੇ ਮੂੰਹ ਥੋੜਾ ਜਿਹਾ ਪੇਸ਼ੈਂਟ ਦਾ ਖਲਵਾ ਕੇ ਤੇ ਪਹਿਲਾਂ ਲੋਕਲ ਐਨਸਥੈਟਿਕ ਸਪਰੇ ਯੂਜ਼ ਕਰਦੇ ਸੌਫਟ ਪੈਲੇਟ ਤੇ ਮੋਸਟ ਪ੍ਰੋਮੀਨੈਂਟ ਪਾਰਟ, ਫਿਰ ਉੱਥੇ ਨਾ ਨਾਈਫ ਦੇ ਨਾਲ ਅੰਡਰ ਲੋਕਲ ਐਨਸਥੈਟਿਕ ਵੀ ਮੇਕ ਅ ਸਮਾਲ ਕੱਟ, ਹਾਂਜੀ, ਐਂਡ ਪਸ ਅੰਡਰ ਪ੍ਰੈਸ਼ਰ ਹੁੰਦੀ ਆ ਤੇ ਕਮਸ ਆਊਟ। ਓਕੇ, so that's the way it's treated. ਜਾਂ ਬਹੁਤ ਜਿਹੜੀ ਵਾਈਡ ਬੋਰ ਨੀਡਲ ਹੈ ਨਾ ਉਹਨੂੰ ਸਿਰਿੰਜ ਦੇ ਨਾਲ ਲਗਾ ਕੇ ਕਈ ਵਾਰੀ ਐਸਪੀਰੇਟ ਕਰ ਦੇਦੀ ਹੈ, ਉਹਨੂੰ ਸਕ ਕਰ ਲੈਂਦੀ ਹੈ ਸਿਰਿੰਜ ਦੇ ਨਾਲ। ਠੀਕ ਹੈ। ਇੱਕ ਇਹਦੀ ਤੀਸਰੀ ਕੰਡੀਸ਼ਨ ਹੈ ਉਹ ਵਾਇਰਲ ਇਨਫੈਕਸ਼ਨ ਹੁੰਦੀ ਹੈ, ਉਹ ਬੜੀ ਕਾਮਨ ਹੈ, ਉਹਨੂੰ ਗਲੈਂਡੂਲਰ ਫੀਵਰ ਕਹਿੰਦੇ ਆ। ਉਹ ਕਾਮਨਲੀ ਸੀਨ ਇਨ ਯੰਗ ਅਡਲਟਸ, ਇਹ ਵੀ ਕਲੋਜ਼ ਕੰਟੈਕਟ ਨਾਲ ਹੁੰਦੀ ਹੈ। In commonly kissing disease ਕਹਿੰਦੇ ਆ। Okay. Yeah, because you can pass from one to another by your saliva. Okay, so ਥੁੱਕ ਦੇ ਜ਼ਰੀਆ ਜਿਹੜਾ ਹੈਗਾ ਉਸ ਤਰੀਕੇ ਦੇ ਥੁੱਕ ਦੇ ਨਾਲ ਜਾਂ eating from the common plate or sharing your food, ਇਹਦੇ 'ਚ ਵੀ ਬੜੀ ਪੇਨ ਹੁੰਦੀ ਹੈ, ਪੇਸ਼ੈਂਟ ਨੂੰ ਟੈਂਪਰੇਚਰ ਹੁੰਦਾ, ਟੌਂਸਲਸ ਤੁਹਾਡੇ ਸਲਫ ਦੇ ਨਾਲ ਕਵਰ ਹੋ ਜਾਂਦੇ ਨੇ, ਗਲੇ ਦੇ ਵਿੱਚ ਗਿਲਟੀਆਂ ਬਣ ਜਾਂਦੀਆਂ ਜਿਹੜੇ ਲਿੰਫ ਨੋਡ ਇਨਲਾਰਜ ਹੋ ਜਾਂਦੇ ਨੇ, ਤੁਹਾਡੇ ਆਰਮ ਪਿਟਸ ਦੇ ਵਿੱਚ ਵੀ ਹੋ ਜਾਂਦੇ ਨੇ ਲਿੰਫ ਨੋਡ, ਕਿਉਂਕਿ ਇਟ ਵਿਲ ਅਫੈਕਟ ਆਲ ਦਾ ਲਿੰਫ ਨੋਡਸ। ਤੁਹਾਡੀ ਸਪਲੀਨ ਵੱਡੀ ਹੋ ਜਾਂਦੀ ਹੈ, ਲਿਵਰ ਵੀ ਵੱਡਾ ਹੋ ਜਾਂਦਾ, ਤੇ ਇਹਦੇ ਵਿੱਚ ਇਹਦਾ ਜਿਹੜਾ ਡਾਇਗਨੋਸਿਸ ਹੈ ਉਹ ਕਨਫਰਮ ਕੀਤਾ ਜਾਂਦਾ ਬਲੱਡ ਟੈਸਟ ਦੇ ਨਾਲ। ਤੇ ਅਕਸਰ ਇਹਨਾਂ ਪੇਸ਼ੈਂਟਸ ਨੂੰ ENT ਵਾਰਡ 'ਤੇ ਐਡਮਿਟ ਕਰਨਾ ਪੈਂਦਾ, ਕਿਉਂਕਿ ਖਾ ਨਹੀਂ ਸਕਦੇ, ਇਹਨਾਂ ਨੂੰ IV ਫਲੂਇਡ ਦੇਣੇ ਪੈਂਦੇ ਨੇ ਰੀਹਾਈਡਰੇਸ਼ਨ ਵਾਸਤੇ, ਗੁੱਡ ਪੇਨ ਕੰਟਰੋਲ, ਮਾਊਥ ਵਾਸ਼, ਤੇ ਐਂਟੀਬਾਇਓਟਿਕਸ ਦੇ ਹੈਵ ਵੈਰੀ ਲਿਮਿਟਡ ਰੋਲ ਕਿਉਂਕਿ ਵਾਇਰਲ ਇਨਫੈਕਸ਼ਨ ਹੈ, ਬਟ ਕਈ ਵਾਰੀ ਐਂਟੀਬਾਇਓਟਿਕ ਦੇਣੇ ਪੈਂਦੇ ਨੇ ਤਾਂ ਕਿ ਕੋਈ ਹੋਰ ਨਾਲ ਇਨਫੈਕਸ਼ਨ ਹੋਈ ਹੋਵੇ ਗਲੇ ਦੇ ਵਿੱਚ। ਬਟ ਇੱਥੇ ਬਹੁਤ ਜ਼ਰੂਰੀ ਹੈ ਕਿ ਐਂਪੀਸਿਲਿਨ ਕਦੇ ਨਹੀਂ ਦੇਣੀ ਇਸ ਪੇਸ਼ੈਂਟ ਨੂੰ, ਜਿਹਨੂੰ ਤੁਹਾਨੂੰ ਲੱਗੇ ਨਾ ਵੀ ਇਹ ਗਲੈਂਡੂਲਰ ਫੀਵਰ ਹੈ, ਬਾਕੀ ਐਂਟੀਬਾਇਓਟਿਕ ਜਿਹੜਾ ਮਰਜ਼ੀ ਦੇ ਸਕਦੇ ਹੋ, ਬਟ ਐਂਪੀਸਿਲਿਨ ਨਹੀਂ ਦੇਣੀ, ਉਹਦੇ ਨਾਲ ਬਹੁਤ ਸੀਵੀਅਰ ਰੈਸ਼ ਹੁੰਦਾ ਪੇਸ਼ੈਂਟ ਨੂੰ। ਸੋ ਜਿਹੜੇ ਵੀ ਐਂਟੀਬਾਇਓਟਿਕਸ ਨੇ ਉਹ ਤੇ ਡਾਕਟਰ ਸਾਹਿਬ ਮੇਨਲੀ ਵੈਨ ਦੇ ਗੋ ਟੂ ਦ GP ਉਹਨਾਂ ਨੇ ਦੇਖ ਕੇ ਹੀ ਦੇਣੇ ਆ, ਬਟ ਕਈ ਵਾਰੀ ਹੁੰਦਾ ਹੈ ਵੀ ਆਪਣੇ ਪੇਸ਼ੈਂਟ ਜਿਹੜੇ ਹੁੰਦੇ ਆ ਆਪਣਾ ਇਲਾਜ ਆਪ ਕਰਨ ਲੱਗ ਜਾਂਦੇ ਆ, ਉਦੋਂ ਥੋੜੀ ਜਿਹੀ ਪ੍ਰੋਬਲਮ ਹੋ ਸਕਦੀ ਹੈ। ਹਾਂਜੀ, ਉਦੋਂ ਮਤਲਬ ਜੇ ਤੁਸੀਂ ਇਹ ਲੱਗੇ ਨਾ ਵੀ ਤੁਹਾਨੂੰ ਵੀ ਤੁਸੀਂ ਸਮਝੋ ਕਿ ਮੈਨੂੰ ਟੌਂਸਲਾਈਟਿਸ ਹੈ, ਹਾਂਜੀ, ਪਰ ਹੋਵੇ ਗਲੈਂਡੂਲਰ ਫੀਵਰ ਤੇ ਕਿਤੇ ਐਂਪੀਸਿਲਿਨ ਲੈ ਲਈ ਤਾਂ ਫਿਰ ਇਹ ਤੁਹਾਨੂੰ ਖਰਾਬ ਕਰੇਗੀ। ਸੋ ਇਹ ਤੇ ਕਈ ਵਾਰ ਸਾਡੇ ਜਿਹੜੇ ਵੀਅਰਸ ਨੇ ਉਹਨਾਂ ਨੂੰ ਤੇ ਨਹੀਂ ਪਤਾ ਲੱਗ ਸਕਦਾ ਵੀ ਕਿਹੜਾ ਹੈਗਾ, ਤੇ ਨਹੀਂ ਵੈਸੇ ਇਹਨਾਂ ਕੰਟਰੀਜ਼ ਦੇ ਵਿੱਚ ਯੂ ਕਾਂਟ ਗੈਟ ਐਂਟੀਬਾਇਓਟਿਕ ਔਨ ਯੂਰ ਓਨ, ਉਹ ਤੁਹਾਨੂੰ ਆਪਣੇ ਡਾਕਟਰ ਕੋਲ ਜਾਣਾ ਹੀ ਪੈਂਦਾ ਪ੍ਰਿਸਕ੍ਰਿਪਸ਼ਨ ਲੈਣ ਵਾਸਤੇ। ਹਾਂਜੀ, ਸੋ ਯੂ ਕਾਂਟ ਗੈਟ ਇਟ ਵਿਦਆਊਟ ਪ੍ਰਿਸਕ੍ਰਿਪਸ਼ਨ, ਵੈਰੀ ਲੈਸ ਚਾਂਸਸ ਕਿ ਇਦਾਂ ਦੀ ਕੋਈ ਪ੍ਰੋਬਲਮ ਹੋਏ ਫਿਰ, ਹੈ ਨਾ। ਬਾਕੀ ਜਿਸ ਤਰ੍ਹਾਂ ਹੋਰ ਕੰਟਰੀਜ਼ ਜਿੱਥੇ ਥੋੜਾ ਜਿਹਾ ਕੰਟਰੋਲ ਘੱਟ ਹੈ, ਉੱਥੇ ਲੋਕੀ ਆਪ ਵੀ ਕੈਮਿਸਟ ਤੋਂ ਖਰੀਦ ਲੈਂਦੇ ਨੇ, ਜਿੱਦਾਂ ਇੰਡੀਆ ਵਗੈਰਾ ਵਿੱਚ, ਹਾਂਜੀ, ਉੱਥੇ ਪ੍ਰੋਬਲਮ ਹੋ ਸਕਦੀ ਜ਼ਿਆਦਾ। ਸੋ ਇੰਗਲੈਂਡ ਦੇ ਵਿੱਚ ਤੇ ਅਸੀਂ ਸੇਫ ਹੈਗੇ ਹਾਂ, ਬਟ ਇਫ ਯੂ ਆਰ ਵਾਚਿੰਗ ਐਨੀ ਅਦਰ ਪਾਰਟ ਆਫ ਯੂਰਪ ਦੇ ਵਿੱਚ ਕਹਿ ਲਓ ਵੀ ਉੱਥੇ ਫਿਰ ਈਜ਼ੀਲੀ ਐਂਟੀਬਾਇਓਟਿਕ ਕਈ ਵਾਰੀ ਅਵੇਲੇਬਲ ਹੁੰਦੀ ਹੈ। ਸੋ ਮੇਕ ਸ਼ੋਰ ਜਿਹੜੀ ਐਂਟੀਬਾਇਓਟਿਕ ਤੁਹਾਨੂੰ ਤੁਹਾਡੇ GP ਨੇ ਦਿੱਤੀ ਹੈ ਉਹ ਤੁਸੀਂ ਲਓ। ਹਾਂਜੀ, ਬਿਲਕੁਲ ਠੀਕ ਹੈ। ਹਾਂਜੀ, ਤੇ ਇਸ ਤੋਂ ਬਾਅਦ ਅਸੀਂ ਥੋੜਾ ਜਿਹਾ ਹੋਰ ਕਰਾਂਗੇ ਗੱਲਬਾਤ ਜਿਹੜੇ ਹੋਰ ਸਾਡੇ ਬਾਕੀ ਡਿਸਆਰਡਰ ਨੇ, ਇਹ ਤੇ ਵੈਰੀ ਕਾਮਨ, ਦੈਟਸ ਵਾਈ
ਦੂਸਰਾ ਹੈ ਸਾਡੇ ਮੂੰਹ ਦੇ ਵਿੱਚ ਛਾਲੇ ਪੈ ਜਾਣੇ, ਜਿਹਨੂੰ ਹਾਂਜੀ। ਅਲਸਰ ਕਹਿੰਦੇ ਆ। ਐਪਥਸ ਅਲਸਰ ਵੈਰੀ ਕਾਮਨ। ਦੇ ਆਰ ਵੈਰੀ ਸਮਾਲ ਅਲਸਰ, ਛੋਟੇ ਛੋਟੇ ਅਲਸਰ ਹੁੰਦੇ ਨੇ, ਸਾਡੇ ਲਿਪਸ ਦੇ ਅੰਦਰਲੇ ਪਾਸੇ ਹੋ ਜਾਣਗੇ, ਜਾਂ ਬਕਲ ਮਕੋਜ਼ਾ ਦੇ ਵਿੱਚ, ਟੌਨਸਲ ਦੇ ਨੇੜੇ, ਜਾਂ ਫੇਰਿੰਗਸ ਦੇ ਵਿੱਚ। ਇਹਨਾਂ ਦਾ ਜਿਹੜਾ ਵੇਸ ਹੁੰਦਾ ਨਾ, ਦੇ ਆਰ ਵਾਈਟ ਐਟ ਵੇਸ। ਹਾਂਜੀ। ਤੇ ਇਹਨਾਂ ਦੇ ਜਿਹੜੇ ਐਜਸ ਹੁੰਦੇ ਨਾ, ਦੇ ਆਰ ਰੇਜ਼ਡ ਐਂਡ ਐਲੀਵੇਟਡ। ਵੈਰੀ ਗੁੱਡ, ਦਿਸ ਇਜ਼ ਦਾ ਪਿਕਚਰ, ਦੈਟ ਇਜ਼ ਦਾ ਫੰਗਲ ਇਨਫੈਕਸ਼ਨ। ਇਹਦੇ ਨਾਲ ਜਿਹੜੀ ਪਿਕਚਰ ਹੈ ਉਹਦੇ ਤੇ ਤੁਹਾਨੂੰ ਐਪਥਸ ਅਲਸਰ ਦਿਖੇਗਾ। ਦਿਸ ਇਜ਼ ਐਪਥਸ ਅਲਸਰ, ਠੀਕ ਹੈ। ਹਾਂਜੀ। ਇਹ 40% ਕੇਸ ਦੇ ਵਿੱਚ ਤਾਂ there is no known cause, maybe genetic in reason, or it can be ਜਿਹੜਾ ਕੋਈ ਤੁਹਾਡਾ ਨਾ irregular tooth ਹੈ, that is rubbing against your soft tissue in the mouth, ਬਕਲ ਮਕੋਜ਼ਾ ਨਾਲ, ਲਿਪਸ ਦੇ ਅੰਦਰਲੇ ਪਾਸੇ ਕੋਈ ਜਿਹੜਾ ਟੂਥ ਹੈ ਨਾ ਤੁਹਾਡਾ ਦੰਦ, ਉਹ ਇਹਦੇ ਨਾਲ ਮਸੂੜਿਆਂ ਨਾਲ ਲੱਗਦਾ, ਮਸੂੜਿਆਂ ਨਾਲ ਲੱਗਦਾ, ਸਾਈਡ ਤੇ। ਜਾਂ ਬਹੁਤ ਸਾਰੀਆਂ ਡੈਫੀਸ਼ੀਐਂਸੀਜ਼, ਜਿੱਦਾਂ ਆਇਰਨ ਡੈਫੀਸ਼ੀਐਂਸੀ, ਫੋਲਿਕ ਐਸਿਡ ਡੈਫੀਸ਼ੀਐਂਸੀ, ਵਿਟਾਮਿਨ B12 ਡੈਫੀਸ਼ੀਐਂਸੀ, ਹਾਰਮੋਨਲ ਇੰਬੈਲੈਂਸ, ਜਾਂ ਕਈ ਫੂਡ ਪ੍ਰੋਡਕਟਸ, some you may be allergic to peanuts or excessive chocolate eating, smoking, they can. ਸੋ ਕਾਫੀ ਰੀਜ਼ਨ ਹੈਗੇ ਆ ਇਹਦੇ ਨਾਲ ਜੁੜੇ। ਬਾਕੀ ਇਹਨਾਂ ਦਾ ਇਹੀ ਹੈ ਕਿ ਪੇਨ, ਦੇ ਆਰ ਵੈਰੀ ਪੇਨਫੁਲ, ਤੇ ਉਹਦੇ ਕਰਕੇ ਸਾਨੂੰ ਖਾਣ ਵਿੱਚ ਤੇ ਬੋਲਣ ਵਿੱਚ ਦਿੱਕਤ ਆਉਂਦੀ ਹੈ, ਪ੍ਰੋਬਲਮ ਆਉਂਦੀ ਹੈ। ਇਹਦਾ ਤਾਂ ਇਹੀ ਹੈ ਕਿ ਰੀਹਾਈਡਰੇਸ਼ਨ, ਗੁੱਡ ਪੇਨ ਕੰਟਰੋਲ, ਮਾਊਥ ਵਾਸ਼, ਐਂਡ ਦੇ ਗੈਟ ਬੈਟਰ। ਨਾਲ ਦੀ ਪਿਕਚਰ 'ਚ ਮੈਂ ਤੁਹਾਨੂੰ ਦਿਖਾਇਆ ਸੀ ਪਹਿਲਾਂ, ਤੁਸੀਂ ਦੇਖ ਚੁੱਕੇ ਆ ਪਿਕਚਰ, ਕਿ ਉਹ 'ਚ ਫੰਗਲ ਇਨਫੈਕਸ਼ਨ ਸੀ। ਹਾਂਜੀ। ਔਰ ਸਾਰੀ ਜੀਭ ਪਿੱਛੇ ਤੱਕ ਉਹ ਚਿੱਟੀ ਹੋਈ ਸੀ, ਉਹ ਫੰਗਲ ਇਨਫੈਕਸ਼ਨ ਦੀ ਕੈਂਡੀਡਾ, ਇੱਕ ਫੰਗਸ ਦੀ ਟਾਈਪ ਹੈ, ਉਹ ਕਰਦੀ ਹੈ। ਯੂਜ਼ਲੀ ਬਜ਼ੁਰਗਾਂ ਦੇ ਵਿੱਚ ਇਮਿਊਨੋ ਕੰਪਰੋਮਾਈਜ਼ ਪੇਸ਼ੈਂਟ ਨੇ, ਜਿਹੜੇ ਪੇਸ਼ੈਂਟ ਸਫਰਿੰਗ ਫਰੋਮ ਕੈਂਸਰ, ਉਹਨਾਂ ਨੂੰ ਰੇਡੀਓਥੈਰੇਪੀ ਮਿਲੀ ਹੈ, ਕੀਮੋਥੈਰੇਪੀ ਦਿੱਤੀ ਹੈ, ਜਾਂ ਬਜ਼ੁਰਗ ਕਈ ਆਪਣੇ ਡੈਂਚਰ ਵਗੈਰਾ ਦੀ ਸੰਭਾਲ ਨਹੀਂ ਕਰਦੇ ਚੰਗੀ ਤਰ੍ਹਾਂ, ਉਹਨਾਂ ਨੂੰ ਹੋ ਜਾਂਦੀ ਹੈ। ਬੱਚਿਆਂ ਦੇ ਵਿੱਚ ਹੋ ਜਾਂਦੀ ਹੈ ਕਿ ਜਿਹੜੀਆਂ ਬੱਚਿਆਂ ਦੀ ਫੀਡਿੰਗ ਬੋਟਲ ਹੈ, ਜਾਂ ਡੰਮੀਜ਼ ਹੈ, ਉਹਨਾਂ ਨੂੰ ਅਸੀਂ ਪ੍ਰੋਪਰਲੀ ਸਟਰਲਾਈਜ਼ ਨਹੀਂ ਕਰਦੇ। ਇਹ ਸਾਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ। ਹਾਂ, ਸੋ ਕਲੀਨਿੰਗ ਹਾਈਜੀਨ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਇਹਦੇ ਵਿੱਚ ਹੈਗੀ ਆ। ਓਰਲ ਹਾਈਜੀਨ ਕਹਿ ਲਓ, ਜਾਂ ਛੋਟੇ ਬੱਚੇ ਨੇ ਤੇ ਕਈ ਵਾਰੀ ਉਹ ਬਰਸ਼ ਵਗੈਰਾ ਜਿਹੜਾ ਠੀਕ ਤਰ੍ਹਾਂ ਨਹੀਂ ਕਰਦੇ, ਤਾਂ ਵੀ ਹੈ। ਸੋ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹਨਾਂ ਨੂੰ ਗਾਈਡੈਂਸ ਕਰਕੇ ਵੀ ਕਿਸ ਤਰੀਕੇ ਦੇ ਨਾਲ ਬਰਸ਼ ਕਰਨਾ ਹੈ। ਐਂਡ ਬਾਕੀ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਤੋਂ ਰਾਹਤ ਪਾ ਸਕਦੇ ਹੋ। ਮੇਨਲੀ ਓਲਡ ਏਜ ਦੇ ਵਿੱਚ ਵੀ ਇਹ ਪ੍ਰੋਬਲਮ ਦੇਖਣ ਤੇ ਵਿੱਚ ਆਈ ਹੈ, ਜਦੋਂ ਕਿ ਡੈਂਚਰ ਜਿਹੜੇ ਆ ਚੰਗੀ ਤਰ੍ਹਾਂ ਨਹੀਂ ਯੂਜ਼ ਕੀਤੇ ਜਾਂਦੇ ਹੈਗੇ ਆ। ਹਾਂਜੀ। ਲੇਰਿੰਗਸ ਦੇ ਵਿੱਚ ਫਿਰ ਹੁਣ ਅਸੀਂ ਜਿਹੜੀਆਂ ਮੇਨ, ਜਿਹੜਾ ਸਾਡਾ ਆਰਗਨ ਆਫ ਵੌਇਸ ਪ੍ਰੋਡਕਸ਼ਨ, ਵੌਇਸ ਪ੍ਰੋਡਿਊਸ ਹੁੰਦੀ ਹੈ ਜਿੱਥੋਂ, ਲੇਰਿੰਗਸ, ਉਹਦੀਆਂ ਆਪਣੀਆਂ ਬਹੁਤ ਸਾਰੀਆਂ ਪ੍ਰੋਬਲਮ ਨੇ, ਜਿਹੜੀਆਂ ਸਾਨੂੰ ਓਬਵੀਅਸਲੀ ਲੇਰਿੰਗਸ ਦੇ ਵਿੱਚ ਪ੍ਰੋਬਲਮ ਹੋਏਗੀ ਤਾਂ ਸਾਨੂੰ ਆਵਾਜ਼ ਦੀ ਪ੍ਰੋਬਲਮ ਹੋਏਗੀ। ਜੀ ਡੈਫੀਨਿਟਲੀ। ਪਹਿਲੇ ਤੇ ਅਕਿਊਟ ਲਰਨਜਾਈਟਿਸ ਹੈ, ਜਿਹੜੀ 5 ਨੰਬਰ ਪਿਕਚਰ ਹੈ, ਉਹਦੇ 'ਚ ਮੈਂ ਤੁਹਾਨੂੰ ਦਿਖਾਣਾ। ਇਹ ਦੇਖੋ, ਲੇਰਿੰਗਸ ਦੇ ਆਲੇ ਦੁਆਲੇ ਐਪੀਗਲੋਟਸ, ਵੋਕਲ ਕੋਰਡ, ਸਾਰਾ ਕਿੰਨਾ ਲਾਲ ਹੋਇਆ ਪਿਆ ਨਾ। ਯੈਸ, ਸਵੋਲਨ ਅਪ ਲਾਈਕ। ਐਂਡ ਇਟ ਇਜ਼ ਸਵੋਲਨ ਐਜ਼ ਵੈਲ। ਇਹ ਯੂਜ਼ਲੀ ਅਸੀਂ ਅਕਸਰ ਦੇਖਦੇ ਹਾਂ, ਸਾਨੂੰ ਜਦੋਂ ਕਾਮਨ ਕੋਲਡ ਹੋ ਜਾਂਦਾ, ਜੇ ਟੌਨਸਲਾਈਟਿਸ ਵੱਧ ਜਾਏ ਤੇ ਉਹ ਵੀ ਥੱਲੇ ਤੱਕ ਇਨਫੈਕਸ਼ਨ ਚਲ ਜਾਏ। ਹਾਂਜੀ। ਫਿਰ ਐਕਸੈਸਿਵ ਸਮੋਕਿੰਗ, ਐਕਸੈਸਿਵ ਅਲਕੋਹਲ ਡਰਿੰਕਿੰਗ, ਲਾਈਕ ਜਿੱਦਾਂ ਆਪਣੇ ਘਰਾਂ 'ਚ ਸਾਡੇ ਜਿਹੜੇ ਫੰਕਸ਼ਨ ਹੁੰਦੇ ਨੇ, 3-3 4-4 ਦਿਨ ਫੰਕਸ਼ਨ ਚੱਲਦੇ ਨੇ ਵਿਆਹ ਸ਼ਾਦੀਆਂ ਦੇ, ਉੱਥੇ ਖਾਣਾ ਵੀ ਤੁਸੀਂ ਟਾਈਮ ਸਿਰ ਨਹੀਂ ਖਾਂਦੇ, ਬੇਆਰਾਮੀ ਹੁੰਦੀ ਹੈ। ਇੱਕ ਇਹਦਾ ਹੋਰ ਮੋਸਟ ਕਾਮਨ ਕਾਜ਼ ਹੈਗਾ ਕਿ ਜਿੱਦਾਂ ਤੁਸੀਂ ਫੁੱਟਬਾਲ ਦਾ ਮੈਚ ਦੇਖਣ ਗਏ, ਹਾਕੀ ਦਾ ਮੈਚ ਦੇਖਣ ਗਏ, ਕ੍ਰਿਕਟ ਦਾ ਮੈਚ ਦੇਖਣ ਗਏ, ਉੱਥੇ ਯੂ ਆਰ ਸ਼ਾਊਟਿੰਗ ਐਂਡ ਬਿਕਾਜ਼ ਯੂ ਸਪੋਰਟਿੰਗ ਯੂਅਰ ਪਲੇਅਰਸ। ਯੂਜ਼ਲੀ ਇਹ ਜਿਹੜੇ ਪੇਸ਼ੈਂਟ ਨੇ ਫਿਰ ਤੁਹਾਡੇ ਕੋਲ ਆਉਣਗੇ, ਦੇ ਵਿਲ ਬੀ ਫੀਲਿੰਗ ਅਨਵੈਲ, ਗਲੇ ਵਿੱਚ ਦਰਦ ਹੋਏਗਾ,
ਐਂਡ ਕਈ ਵਾਰੀ ਥੋੜ੍ਹਾ ਜਿਹਾ ਟੈਂਪਰੇਚਰ ਵੀ ਹੋ ਜਾਂਦਾ। ਹਾਂਜੀ ਆ ਪਿਕਚਰ ਮੈਂ ਤੁਹਾਨੂੰ ਦਿਖਾਈ ਹੈ, ਜਦੋਂ ਅਸੀਂ ਐਗਜ਼ਾਮਿਨ ਕਰਦੇ ਹਾਂ ਨਾ, ਉਹ ਲਰਿੰਗੋਸਕੋਪ ਤੁਹਾਨੂੰ ਪਹਿਲਾਂ ਦਿਖਾਇਆ ਸੀ। ਹਾਂਜੀ, ਉਹਦਾ ਜਿਹੜੀ ਲੰਬੀ ਦੇਖਦੇ ਹਾਂ, ਟਿਊਬ ਹਾਂਜੀ। ਬਲੈਕ ਕਲਰ ਦੀ। ਹਾਂਜੀ, ਤੇ ਉਹਦੇ ਨਾਲ ਫਿਰ ਜਦੋਂ ਦੇਖਦੇ ਹਾਂ ਨਾ ਅਸੀਂ, ਤਾਂ ਸਾਨੂੰ ਲਿਨਕਸ ਦਿਖਦਾ। ਇਹਨਾਂ ਨੂੰ ਫਿਰ ਬੈੱਡ ਰੈਸਟ, ਵੌਇਸ ਰੈਸਟ, ਬੋਲਣਾ ਨਹੀਂ, ਸਟੀਮ ਇਨਹੇਲੇਸ਼ਨ, ਹੈ ਨਾ, ਹਾਂਜੀ, ਤੇ ਦੂਸਰਾ ਗੁੱਡ ਪੇਨ ਕੰਟਰੋਲ, ਐਂਡ ਦੇ ਯੂਜ਼ਲੀ ਗੈਟ ਬੈਟਰ। ਸੋ ਮੇਨਲੀ ਜਿਹੜਾ ਉਹਨਾਂ ਨੇ ਸਕਰੀਮ ਆਊਟ ਕੀਤਾ ਹੁੰਦਾ, ਉਹਨਾਂ ਨੇ ਸ਼ਾਂਤ ਰਹਿਣਾ ਹੈਗਾ ਜਿੰਨਾ ਚਿਰ। ਛੋਟੀਆਂ ਗੱਲਾਂ ਹੁੰਦੀਆਂ ਨੇ ਨਾ। ਹਾਂਜੀ, ਵੀ ਡੋਂਟ ਨੋਟਿਸ ਬਟ ਇਟ ਮੇਕ ਅ ਬਿਗ ਇਫੈਕਟ ਔਨ ਆਵਰ ਵੌਇਸ। ਉਹ ਤੋਂ ਅੱਗੇ ਨਾ ਨੰਬਰ 6 ਪਿਕਚਰ ਦਿਖਾਵਾਂਗਾ ਤੁਹਾਨੂੰ। ਇਹ ਐਪੀਗਲੋਟਾਈਟਿਸ ਹੈ। ਦੇਖੋ ਨਾ ਜਿਹੜਾ ਕਿੰਨਾ ਰੈੱਡ, ਇਹ ਜਿਹੜਾ ਸਾਡਾ ਐਪੀਗਲੋਟਸ ਹੁੰਦਾ ਨਾ, ਇਹਦੀ ਇਨਫਲੇਮੇਸ਼ਨ ਹੋ ਜਾਂਦੀ ਹੈ। ਇਟ ਇਜ਼ ਵੈਰੀ ਡੇਂਜਰਸ ਕੰਡੀਸ਼ਨ। ਇਟਸ ਅ ਡਾਇਰ ਐਮਰਜੈਂਸੀ, especially in children. Okay. ਬੱਚਿਆਂ ਦੇ ਵਿੱਚ ਜਿਹੜਾ ਟਿਪੀਕਲ ਪੋਸਚਰ ਹੁੰਦਾ, ਸਿਆਲਾਂ ਦੇ ਸਰਦੀਆਂ ਦੇ ਵਿੱਚ ਜ਼ਿਆਦਾ ਚਾਂਸਸ ਹੁੰਦੇ ਨੇ ਇਹਦੇ ਹੋਣ ਦੇ। ਹਾਂਜੀ, ਹੁੰਦਾ ਕੀ ਹੈ ਕਿ ਤੁਹਾਡੇ ਗਲੇ ਦੇ ਵਿੱਚ ਬੱਚਾ ਕੰਪਲੇਂਟ ਕਰੇਗਾ ਕਿ ਮੇਰੇ ਥੱਲੇ ਦਰਦ ਹੁੰਦੀ ਹੈ, ਟੌਂਸਲ ਦੇ ਉੱਤੇ ਹੁੰਦੀ ਨਾ, ਇਹ ਨੀਚੇ ਜਾ ਕੇ ਦਰਦ ਹੋਏਗੀ। ਤੇ ਟਿਪੀਕਲ ਪੋਸਚਰ ਹੁੰਦਾ ਬੱਚੇ ਦਾ, ਬੱਚਾ ਅੱਗੇ ਨੂੰ ਲੀਨ ਹੋ ਜਾਏਗਾ, ਅੱਗੇ ਨੂੰ ਮੂੰਹ ਨੂੰ ਝੁੱਕ ਕੇ। ਹਾਂਜੀ, ਉਹ ਹੱਥ ਦੇ ਵਿੱਚ ਕੁਛ ਪੌਟ ਫੜੇਗਾ, ਜ਼ਰੂਰ ਮੰਗਿਆ, ਕਿਉਂਕਿ ਉਹ ਆਪਣਾ ਜਿਹੜਾ ਸਪਿਟ ਹੈ ਉਹਨੂੰ ਸਵੈਲੋ ਨਹੀਂ ਕਰ ਸਕਦੇ। ਓਕੇ। ਤੇ ਉਹ ਵਿਲ ਕੀਪ ਔਨ ਸਪਿਟਿੰਗ ਇਟ ਆਊਟ। ਸੀਵੀਅਰ ਪੇਨ, ਟੈਂਪਰੇਚਰ ਐਂਡ not being able to swallow your spit. Problem with breathing. Okay. So if you see any child in your relationship or in your relatives, immediately call the ambulance, because it's a dire emergency. You can lose the child. Okay. Child is taken immediately into emergency room in the hospital. Resuscitation room ਕਹਿੰਦੇ ਅਸੀਂ ਉਹਨੂੰ। ਹਾਂਜੀ। By the time ambulance reaches there, they will inform the A&E staff. ENT specialist will be there, child specialist will be there, anesthetist will be there, ਜਿਹੜੇ ਵੀ ਹੋਸ਼ ਕਰਦੇ ਨੇ। ਹਾਂਜੀ। ਐਂਡ ਜਦੋਂ ਹੀ ਬੱਚਾ ਆਉਂਦਾ ਆ, ਸਾਡੀ ਟੌਪ ਪ੍ਰਾਇੋਰਟੀ ਹੁੰਦੀ ਹੈ ਪਹਿਲਾਂ ਇਹਦਾ 에ਅਰਵੇਜ਼ ਸਿਕਿਉਰ ਕਰਨਾ। ਹਾਂਜੀ, ਤਾਂ ਕਿ ਸਾਹ ਲੈ ਸਕੇ, ਉਹਦਾ ਸਾਹ ਨੂੰ ਪ੍ਰੋਬਲਮ ਉਹਦਾ। ਜਦੋਂ 에ਅਰਵੇ ਉਹਦਾ ਸਿਕਿਉਰ ਕਰ ਲਿਆ ਬਾਈ ਇੰਟੂਬੇਸ਼ਨ ਟਿਊਬ ਪਾ ਕੇ ਜਾਂ ਇੱਥੇ ਗਲੇ ਵਿੱਚ ਹੋਲ ਕਰਕੇ, ਜਿਹਨੂੰ ਟਰਕਿਓਸਟਮੀ ਕਹਿੰਦੇ ਆ। ਹਾਂਜੀ। ਉਹ ਤੋਂ ਬਾਅਦ ਤੁਸੀਂ ਬੱਚੇ ਨਾਲ ਹੋਰ ਕੋਈ ਜਿੱਦਾਂ ਉਹਦੇ ਡ੍ਰਿਪ ਲਗਾਉਣੀ ਜਾਂ ਬਲੱਡ ਟੈਸਟ ਕਰਨਾ, ਡਿਸਟਰਬੈਂਸ ਬੱਚੇ ਨੂੰ ਬਾਅਦ 'ਚ ਕਰਨੀ ਹੈ, ਪਹਿਲਾਂ 에ਅਰਵੇ ਸਿਕਿਉਰ ਕਰਨਾ। ਠੀਕ ਹੈ। ਫਿਰ ਇਹ ਬੱਚੇ ਐਡਮਿਟ ਕੀਤੇ ਜਾਂਦੇ ਨੇ ITU ਦੇ ਵਿੱਚ, ਅਤੇ ਫਿਰ ਉੱਥੋਂ ਐਂਟੀਬਾਇਓਟਿਕਸ, IV ਫਲੂਇਡ। ਅਡਲਟਸ ਦੇ ਵਿੱਚ ਵੀ ਹੋ ਜਾਂਦੀ, ਵੱਡਿਆਂ ਨੂੰ ਵੀ ਹੁੰਦੀ ਹੈ। ਵੱਡਿਆਂ ਵਿੱਚ ਤੁਹਾਡੇ ਕੋਲ ਕਈ ਵਾਰੀ ਟਾਈਮ ਹੁੰਦਾ, ਤੁਸੀਂ ਉਹਨਾਂ ਨੂੰ ਐਗਜ਼ਾਮਿਨ ਕਰ ਸਕਦੇ ਹੋ। ਅਤੇ ਇਹ ਪਿਕਚਰ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਅਸੀਂ ਐਪੀਗਲੋਟਾਈਟਿਸ ਦੀ। ਉਹਨਾਂ ਨੂੰ ਵੀ ਐਡਮਿਟ ਕਰਨਾ ਪੈਂਦਾ, ਕਿਉਂਕਿ ਉਹਨਾਂ ਦਾ ਜਿਹੜਾ 에ਅਰਵੇ ਆ ਉਹ ਲਈ ਤੁਹਾਨੂੰ ਬਹੁਤ you should monitor that very carefully. Airways always has to be monitored. ਕਿਉਂਕਿ they can lose their airway pretty quick. So ਇਹਨਾਂ ਨੂੰ IV fluid, IV antibiotics ਤੇ investigations and be very very vigilant about their airway. ਜੇ ਤੁਹਾਨੂੰ ਕਦੀ ਵੀ ਲੱਗੇ ਕਿ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਸ਼ੁਰੂ ਹੋਣ ਲੱਗੀ ਹੈ, ਤੇ ਉਹ ਇੰਟੂਬੇਟ ਕੀਤੇ ਜਾਂਦੇ ਨੇ, ਟਰਕਿਓਸਟਮੀ ਕੀਤੀ ਜਾਂਦੀ ਹੈ। ਇਹਨਾਂ ਨੂੰ IV ਸਟੀਰੋਇਡ ਵੀ ਦੇਈਦੇ ਨੇ ਤਾਂ ਕਿ ਜਿਹੜਾ ਅਡੀਮਾ ਆ ਜਾਂ ਸਵੈਲਿੰਗ ਹੋਈ ਹੈ ਉਹ ਘਟ ਜਾਏ। ਤੇ ਨੈਬੂਲਾਈਜ਼ਰ ਐਡਰੇਨਾਲੀਨ ਹੁੰਦੀ ਹੈ ਇੱਕ ਮੈਡੀਸਨ, ਉਹ ਵੀ ਦਿੱਤੀ ਜਾਂਦੀ ਹੈ, ਬਟ ਦੈਟ ਇਜ਼ ਫਾਰ ਅਸ ਟੂ ਡੂ। ਬਟ ਤੁਹਾਨੂੰ ਮਤਲਬ ਥੋੜ੍ਹਾ ਬਹੁਤ ਪਤਾ ਹੋਣਾ ਚਾਹੀਦਾ ਕਿ ਜੇ ਥੱਲੇ ਗਲੇ ਦੇ ਵਿੱਚ ਥੱਲੇ ਦਰਦ ਹੁੰਦੀ ਹੈ ਨਾ, ਇਟ ਕੈਨ ਬੀ ਸੀਰੀਅਸ। ਸੋ ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਦੱਸੀ ਹੈ, ਵੀ ਮੈਨੂੰ ਵੀ ਨਹੀਂ ਇਸ ਗੱਲ ਦਾ ਪਤਾ ਸੀਗਾ। ਸੋ ਵੀ ਆਲਵੇਜ਼ ਲਰਨ ਸਮਥਿੰਗ ਨਿਊ। ਸੋ ਗਲੇ ਤੋਂ ਥੱਲੇ ਜਿਹੜਾ ਪਾਰਟ ਹੈਗਾ ਉਹ, ਹਾਂਜੀ, ਟੌਂਸਲਸ ਵਗੈਰਾ ਦੀ ਨਾ ਤੇ ਫ੍ਰਿੰਜਾਈਟਿਸ ਵਗੈਰਾ ਦੀ ਪੇਨ ਇੱਥੇ ਉੱਪਰ ਹੋਏਗੀ। ਜੇ ਤੁਹਾਡੇ ਤੇ ਥੱਲੇ ਜਾ ਕੇ ਪੇਨ ਹੁੰਦੀ ਨਾ ਇੱਥੇ ਨੀਚੇ, ਤਾਂ ਇਟ ਕੈਨ ਬੀ ਐਪੀਗਲੋਟਾਈਟਿਸ, ਲਾਰਿੰਜਾਈਟਿਸ। ਕਿਉਂਕਿ ਇਹਦਾ ਐਡੀਮਾ ਹੋ ਜਾਏ ਨਾ, ਤੁਹਾਡਾ 에ਅਰਵੇਜ਼ ਬੰਦ ਹੋ ਜਾਏਗਾ, ਤੁਹਾਨੂੰ ਸਾਹ ਨਹੀਂ ਆਏਗਾ। ਹਾਂਜੀ, ਵਨ ਕੈਨ ਡਾਈ। Yeah, so it's very important ਕਿ ਬੱਚੇ, ਸਪੈਸ਼ਲੀ ਬੱਚੇ ਕਈ ਵਾਰੀ ਦੱਸ ਨਹੀਂ ਪਾਉਂਦੇ, ਬੱਚੇ ਵੀ, ਅਡਲਟ ਵੀ। ਤੇ ਬੱਚਿਆਂ ਦੇ ਵਿੱਚ ਤਾਂ
ਵੈਰੀ ਵੈਰੀ ਇੰਪੋਰਟੈਂਟ, ਵੈਰੀ ਡਾਇਰ ਐਮਰਜੈਂਸੀ। ਇਸ ਤੋਂ ਇਲਾਵਾ ਹੋਰ ਕਿਹੜੀਆਂ ਡਿਸਆਰਡਰ ਨੇ ਜਿਹੜੇ ਤੁਸੀਂ ਸਾਡੇ ਵਿਊਅਰਸ ਨੂੰ ਦੱਸਣਾ ਚਾਹੋਗੇ ਹੋਰ ਡਾਕਟਰ ਸਾਹਿਬ? ਵੋਕਲ ਨੋਡਿਊਲ 7 ਨੰਬਰ ਪਿਕਚਰ ਮੈਂ ਤੁਹਾਨੂੰ ਦਿਖਾਣੀ ਚਾਹਾਂਗਾ ਇੱਥੇ, ਹੈ ਨਾ। ਦੇਖੋ ਇੱਧਰ ਤੁਸੀਂ ਇੱਕ ਪਾਸੇ ਦੇਖੋਗੇ ਵੋਕਲ ਕੋਡ ਸਮੂਥ ਨੇ, ਦੂਜੇ ਪਾਸੇ ਦੇਖੋ ਛੋਟੇ ਛੋਟੀਆਂ ਨੋਟਸ ਬਣੀਆਂ ਹੋਈਆਂ ਨੇ ਵੋਕਲ ਕੋਡ ਦੇ, ਅਰਾਊਂਡ ਦੇ ਆਰ ਨੋਡਿਊਲਸ। ਹਾਂਜੀ, ਇਹਨਾਂ ਨੂੰ ਅਸੀਂ ਸਿੰਗਰਸ ਨੋਡਿਊਲ ਕਹਿੰਦੇ ਆ, ਕਿਉਂਕਿ ਇਹ ਵੀ ਨੋਡਿਊਲ ਦੇਖੋ, ਇਹ ਜਿਹੜੇ ਸਿੰਗਰਸ ਨੇ ਜਾਂ ਟੀਚਰ ਨੇ, ਪ੍ਰੀਚਰ ਨੇ, ਜਾਂ ਪੀਪਲ ਵਰਕਿੰਗ ਇਨ ਕਾਲ ਸੈਂਟਰ ਪੁਟਿੰਗ ਟੂ ਮਚ ਆਫ ਸਟ੍ਰੈਸ ਔਨ ਦਾ ਵੋਕਲ ਕੋਡਸ, ਉਹ ਫਿਰ ਇੱਥੇ ਥੱਲੇ ਬਲੀਡਿੰਗ ਹੋ ਕੇ ਨਾ ਤੇ ਆਰਗੇਨਾਈਜ਼ ਹੋ ਕੇ ਤੇ ਇਹ ਬਣ ਜਾਂਦੇ ਨੇ, ਛੋਟੀਆਂ ਛੋਟੀਆਂ ਗੰਢਾਂ ਬਣ ਜਾਂਦੀਆਂ ਨੇ, ਜਿਹਨੂੰ ਅਸੀਂ ਨੋਡਿਊਲ ਕਹਿੰਦੇ ਹਾਂ। ਗੈਸਟ੍ਰੋਇਸੋਫੇਜਲ ਰਿਫਲਕਸ ਇਜ਼ ਅਨਦਰ ਕਾਮਨ ਕਾਜ਼ ਫॉर दैट। ਇਹ ਜਦੋਂ ਅਸੀਂ ਇਹਨਾਂ ਨੂੰ ਐਗਜ਼ਾਮਿਨ ਕਰਦੇ ਹਾਂ ਤੇ ਸਾਨੂੰ ਇਹ ਪਿਕਚਰ ਦਿਖਦੀ ਹੈ, ਇਹ ਸਾਨੂੰ ਪਤਾ ਲੱਗ ਜਾਂਦਾ। ਇਹਨਾਂ ਦੀ ਟ੍ਰੀਟਮੈਂਟ ਹੈਗੀ ਹੈ ਸਪੀਚ ਥੈਰੇਪੀ, ਵੌਇਸ ਕੰਟਰੋਲ, ਜਿਹੜਾ ਗੈਸਟ੍ਰੋਇਸੋਫੇਜਲ ਰਿਫਲਕਸ ਹੈ ਉਹਨੂੰ ਟ੍ਰੀਟ ਕਰਨਾ। ਸਰਜਰੀ ਹੈਜ਼ ਵੈਰੀ ਲਿਮਿਟਡ ਰੋਲ ਇਨ ਦਿਸ ਕੰਡੀਸ਼ਨ। ਇਹ ਤੋਂ ਅੱਗੇ ਵੋਕਲ ਕੋਡ ਪੋਲਿਪ ਹੈ, ਅਗਲੀ ਪਿਕਚਰ ਦਿਖਾਵਾਂਗੇ ਤੁਹਾਨੂੰ। ਇਹ ਦੇਖੋ ਥੱਲੇ ਵੋਕਲ ਕੋਡ ਤੇ ਨਾ ਇੱਧਰਲੀ ਵਾਲੀ ਸਾਈਡ ਤੇ, ਤੁਹਾਡੀ ਵਾਲੀ ਸਾਈਡ ਤੇ ਉਹ ਪੋਲਿਪ ਬਣਿਆ ਹੋਇਆ ਹੈ, ਜਿਹੜਾ ਯੈਲੋ। ਹਾਂਜੀ, ਇਹ ਜਿਹੜਾ ਵੋਕਲ ਕੋਡ ਜਿੱਦਾਂ ਪਹਿਲੇ ਨੋਡਿਊਲ ਸੀ ਜਾਂ ਇਹ ਪੋਲਿਪ ਹੈ ਨਾ, ਇਹ ਫਿਰ ਜਦੋਂ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਨਾ ਤਾਂ ਵੋਕਲ ਕੋਡ ਪੂਰੀਆਂ ਬੰਦ ਨਹੀਂ ਹੁੰਦੀਆਂ ਨਾ। ਹਾਂਜੀ, ਜਦੋਂ ਪਹਿਲੇ ਨੋਡਿਊਲ ਦਾ ਵੀ ਇਸ ਤਰ੍ਹਾਂ ਹੀ ਹੈ, ਜਦੋਂ ਵੋਕਲ ਕੋਡ ਬੰਦ ਨਹੀਂ ਹੋਣਗੀਆਂ ਯੂ ਵਿਲ ਲੂਜ਼ ਏਅਰ ਪ੍ਰੈਸ਼ਰ ਲੂਜ਼ ਕਰ ਜਾਓਗੇ ਤਾਂ ਤੁਹਾਡੀ ਆਵਾਜ਼ ਨੂੰ ਫਰਕ ਪੈ ਜਾਂਦਾ ਹੈ। ਸੋ ਉਹਦੇ ਵਿੱਚ ਆਵਾਜ਼ ਸਾਊਂਡ ਡਿਫਰੈਂਟ ਕਿਸ ਤਰੀਕੇ ਦੇ ਨਾਲ ਆਉਂਦੀ ਹੈਗੀ ਹੈ? ਤਾਂ ਜਿਸ ਤਰ੍ਹਾਂ ਤੁਹਾਡਾ ਗਲਾ ਬੈਠਿਆ ਹੁੰਦਾ, ਅੱਛਾ, ਤਾਂ ਨਹੀਂ ਤੁਹਾਨੂੰ ਪਤਾ ਲੱਗਦਾ, ਤਾਂ ਹੀ ਡਾਕਟਰ ਕੋਲ ਜਾਓਗੇ ਨਾ। ਜੇ ਤੁਹਾਡੀ ਆਵਾਜ਼ ਫਿਰ ਆਵਾਜ਼ 'ਚ ਕੋਈ ਫਰਕ ਲੱਗੇਗਾ ਫਿਰ ਤੁਸੀਂ ਡਾਕਟਰ ਕੋਲ ਨਹੀਂ ਜਾਓਗੇ। ਜੀ ਜੀ। ਤਾਂ ਇਹ ਫਿਰ ਜਦੋਂ ਇਹ ਜਿਹੜਾ ਵੋਕਲ ਕੋਡ ਪੋਲਿਪ ਹੈ, ਇਹ ਜਦੋਂ ਅਸੀਂ ਐਗਜ਼ਾਮਿਨ ਕਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਪਿਕਚਰ ਦਿਖਦਾ ਵੀ ਇਹ ਵੋਕਲ ਕੋਡ ਪੋਲਿਪ ਹੈ। ਹਾਂਜੀ, ਇਹ ਜਿਹੜਾ ਇਹ ਪੇਸ਼ੈਂਟ ਹੈ, ਇਹਨਾਂ ਨੂੰ ਅਸੀਂ ਇਹਨਾਂ ਦੀ ਕੰਸੈਂਟ ਲੈ ਕੇ ਇਹਨਾਂ ਨੂੰ ਐਡਮਿਟ ਕਰਦੇ ਹਾਂ ਐਜ਼ ਏ ਡੇ ਕੇਸ। ਅੰਡਰ ਐਨਸਥੈਟਿਕ ਬੇਹੋਸ਼ ਕਰਕੇ ਇਹਨਾਂ ਦੇ ਪੋਲਿਪ ਕੱਢ ਕੇ, ਜਨਰਲ ਰੂਲ ਹੈ ਯੂ ਟੇਕ ਆਊਟ ਐਨੀਥਿੰਗ ਫਰੋਮ ਦ ਬੋਡੀ ਯੂ ਵਿਲ ਸੈਂਡ ਇਟ ਫਾਰ ਹਿਸਟੋਲੋਜੀ, ਪੈਥੋਲੋਜਿਸਟ ਕੋਲ ਜਾਏਗਾ। ਹਾਂਜੀ, ਤੇ ਉੱਥੋਂ ਫਿਰ ਡਾਇਗਨੋਸਿਸ ਕਨਫਰਮ ਹੋ ਜਾਂਦਾ। ਬੇਸ਼ੱਕ ਤੁਹਾਨੂੰ ਪਤਾ ਵੀ ਹੁੰਦਾ ਬਟ ਯੂ ਵਾਂਟ ਐਵੀਡੈਂਸ, ਫਿਰ ਵੀ ਚਾਹੀਦਾ। ਫਿਰ ਇਹਨਾਂ ਦੀ ਬਾਕੀ ਅੱਗੇ ਟ੍ਰੀਟਮੈਂਟ ਹੈ ਜਿਹੜੀ ਸਪੀਚ ਥੈਰੇਪੀ, ਕੋਈ ਅੰਡਰਲਾਈਨ ਕਾਜ਼ ਹੈ, ਗੈਸਟ੍ਰੋਇਸੋਫੇਜਲ ਰਿਫਲਕਸ ਹੈ, ਉਹਨੂੰ ਅਸੀਂ ਟ੍ਰੀਟ ਕਰਦੇ ਹਾਂ। ਦੈਨ ਵੀ ਫੋਲੋ ਦੈਮ ਅਪ ਕੇ 1-2 ਵਾਰੀ ਇਹਨਾਂ ਨੂੰ ENT ਕਲੀਨਿਕ ਦੇਖ ਕੇ ਫਿਰ ਡਿਸਚਾਰਜ ਕਰ ਦਿੱਤਾ ਜਾਂਦਾ। ਫਿਰ ਇਹ ਤੋਂ ਅੱਗੇ ਵੋਕਲ ਕੋਡ ਸਿਸਟ ਹੋ ਜਾਂਦੇ ਨੇ ਜਾਂ ਵੋਕਲ ਕੋਡ ਦਾ ਅਡੀਮਾ ਹੋ ਜਾਂਦਾ, ਉਹਨੂੰ ਰਿੰਕੇਜ ਅਡੀਮਾ ਕਹਿੰਦੇ ਆ। ਤੇ ਜਿਹੜਾ ਰਿੰਕੇਜ ਅਡੀਮਾ ਆ, ਦੋਵੇਂ ਵੋਕਲ ਕੋਡ ਨਾ ਉਹ ਬਹੁਤ ਜ਼ਿਆਦਾ ਸਵੈਲ ਹੋ ਜਾਂਦੀ ਹੈ, ਪਾਣੀ ਮੰਗਰ ਉਹਦੀ ਜੈਲ ਜਿਹੀ ਭਰ ਜਾਂਦੀ ਹੈ ਥੱਲੇ, ਤਾਂ ਹੈਵੀ ਹੋ ਜਾਂਦੀਆਂ ਤੇ ਮੂਵ ਨਹੀਂ ਕਰ ਸਕਦੀਆਂ ਪ੍ਰੋਪਰਲੀ। ਮੋਰ ਕਾਮਨ ਇਨ ਲੇਡੀਜ਼, ਸਮੋਕਰਸ, ਤੇ ਉਹਨਾਂ ਦੇ ਲਈ ਵੀ ਉਹਨਾਂ ਨੂੰ ਕਹੀਦਾ ਕਿ ਸਮੋਕਿੰਗ 'ਤੇ ਧਿਆਨ ਦਿਓ, ਘੱਟ ਕਰੋ ਸਮੋਕਿੰਗ, ਤੇ ਵੈਰੀ ਰੇਅਰਲੀ ਯੂ ਵਿਲ ਹੈਵ ਟੂ ਸਟ੍ਰਿਪ ਦਾ ਵੋਕਲ ਕੋਡ। ਤੇ ਇਸ ਤਰ੍ਹਾਂ ਜੇ ਸਿਸਟ ਬਣਿਆ ਹੋਵੇ, ਜਿੱਦਾਂ ਸਿਸਟ ਬੋਡੀ ਦੇ ਸਕਿਨ 'ਚ ਹੁੰਦੇ, ਇੱਥੇ ਲੇਰਿਕਸ 'ਤੇ ਵੀ ਸਿਸਟ ਹੋ ਜਾਂਦੇ ਨੇ। ਹਾਂਜੀ, ਤੇ ਉਹ ਜਿਹੜਾ ਸਿਸਟ ਹੈ ਉਹਨੂੰ ਰਿਮੂਵ ਕਰਨਾ ਪੈਂਦਾ। ਇਹ ਤੋਂ ਅੱਗੇ ਤੁਹਾਡੀਆਂ ਤੁਹਾਨੂੰ ਪਿਕਚਰ ਨੰਬਰ ਮੈਂ ਦਿਖਾਵਾਂਗਾ, ਨੰਬਰ 9। ਇਹ ਦੇਖੋ ਨਾ, ਇਹ ਤੁਹਾਡੇ ਨਾ ਜਿਹੜਾ ਰਿਫਲਕਸ ਹੈ ਅੱਜ ਕੱਲ੍ਹ ਵੈਰੀ ਵੈਰੀ ਕਾਮਨ ਬਲਵੀਰ ਜੀ। ਹਾਂਜੀ, ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ। ਤੁਸੀਂ ਮੇਰੇ ਖਿਆਲ ਕਲੀਨਿਕ ਕਾਫੀ ਅਟੈਂਡ ਕਰਦੇ ਹੋ, ਜਾ ਕਰਕੇ ਨਹੀਂ ਕਰਦੇ ਹੋ? ਆਉਂਦੇ? ਹਾਂਜੀ, ਜਾਂਦੀ ਤੇ ਹਾਂ, ਤੁਹਾਡੇ ਨਾਲ ਜ਼ਿਆਦਾਤਰ। ਅਕਸਰ ਅੱਜ ਕੱਲ੍ਹ ਦਿਸ ਇਜ਼ ਕਾਮਨ ਕਿ ਪੇਸ਼ੈਂਟ ਆਏਗਾ ਜੀ, ਮੇਰੇ ਨਾ ਗਲੇ ਦੇ ਵਿੱਚ ਕੋਈ ਲੰਪ ਫੀਲ ਹੁੰਦਾ ਮੈਨੂੰ। ਹਾਂਜੀ, ਆਈ ਕੀਪ ਔਨ ਕਲੀਅਰਿੰਗ ਮਾਈ ਥਰੋਟ, ਗਲੇ ਦੇ ਵਿੱਚ ਦਰਦ ਹੁੰਦੀ ਹੈ। ਹੁੰਦਾ ਕੀ ਹੈ, ਇਹ ਜਿਹੜਾ ਸਾਡਾ ਐਸਿਡ ਹੈ ਨਾ ਪੇਟ ਦੇ ਵਿੱਚ ਬਣਦਾ, ਉਹ ਇਰੀਟੇਟ ਕਰਦਾ ਸਾਡੇ ਬੋਡੀ ਦੇ ਉੱਪਰ ਆ ਕੇ ਨਾ ਲੇਰਿੰਗਸ ਨੂੰ। ਹਾਂਜੀ, ਤੇ ਉਹਦੇ ਨਾਲ ਸਾਨੂੰ ਵੀ ਫੀਲ ਦੈਟ ਪ੍ਰੋਬਲਮ ਡਿਊਰਿੰਗ ਦਾ ਡੇ।
ਇਹਦੇ ਵਿੱਚ ਯੂਜ਼ਲੀ ਜਦੋਂ ਤੁਸੀਂ ਐਗਜ਼ਾਮਿਨ ਕਰਦੇ ਹੋ ਪੇਸ਼ੈਂਟ ਨੂੰ, ਤੁਹਾਨੂੰ ਦੇਖ ਕੇ ਪਤਾ ਲੱਗ ਜਾਂਦਾ। ਫਿਰ ਡੂਜ਼ ਐਂਡ ਡੋਂਟਸ ਹੈ, ਤੁਸੀਂ ਇੱਥੋਂ ਪੜ੍ਹ ਸਕਦੇ ਹੋ ਵੀ ਕਿਹੜੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ, ਜਿਹੜੀਆਂ ਯੂ ਕੈਨ ਡੂ ਦਿਸ ਐਂਡ ਡੋਂਟਸ। ਆਪਣਾ ਉਹ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣਗੀਆਂ ਇਫ ਯੂ ਵਾਂਟ ਟੂ ਹੈਵ ਸਮ ਹੈਲਪ, ਇਫ ਯੂ ਵਾਂਟ ਟੂ ਹੈਲਪ ਯੂਅਰਸੈਲਫ। ਸੋ ਲਾਈਫਸਟਾਈਲ ਕਾਫੀ ਵੱਡੀ ਚੀਜ਼ ਹੈ। ਲਾਈਫਸਟਾਈਲ ਚੇਂਜ ਇਜ਼ ਵੈਰੀ ਇੰਪੋਰਟੈਂਟ। ਤੇ ਬਾਕੀ ਐਂਟੀਸਟਡ ਟ੍ਰੀਟਮੈਂਟ ਦਾ ਲੈਂਸੋਪ੍ਰੇਜ਼ੋਲ ਹੋਈ, ਜਿੱਦਾਂ ਹੁਣ ਕਈ ਗੋਲੀਆਂ ਹੈਗੀਆਂ ਨੇ, ਤੇ ਉਹ ਦਵਾਈਆਂ ਇਹਨਾਂ ਨੂੰ ਦੇ ਕੇ, ਤੇ ਉਹ ਤਾਂ ਐਸਿਡ ਨੂੰ ਕਾਮ ਡਾਊਨ ਕਰਨ ਵਾਸਤੇ ਹੁੰਦੀਆਂ ਨੇ। ਇਹ ਤੋਂ ਅੱਗੇ ਆ ਜਾਂਦਾ ਤੁਹਾਡਾ ਵੋਕਲ ਕਾਰਡ ਪਾਲਿਸੀ। ਜਿਹੜੀ ਵੋਕਲ ਇਹ ਪਹਿਲਾਂ ਇਹ ਡਿਸਕਸ ਕਰ ਲੈਂਦੇ ਆ, ਜਿਹੜੀ ਫੋਟੋ ਪਿਕਚਰ ਲੱਗੀ ਹੈ ਇਹ ਲੇਰਿੰਕਸ ਦਾ ਕੈਂਸਰ ਹੈ। ਦੇਖੋ ਤੁਸੀਂ ਇੱਧਰ ਵਾਲੀ ਵੋਕਲ ਕਾਰਡ ਤੇ ਕਿੰਨੀ ਵਾਈਟ ਸਲੱਪ ਹੈ, ਸਵੈਲਿੰਗ ਹੈ, ਨੋਟ ਹੈ, ਇਹ ਇਰੈਗੂਲਰਿਟੀ ਹੈ। ਇਹ ਸਾਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਵੋਕਲ ਕਾਰਡ ਦਾ ਕੈਂਸਰ ਹੋਇਆ ਨਾ। ਹਾਂਜੀ। ਤੇ ਇਹ ਜਿਹੜੇ ਪੇਸ਼ੈਂਟ ਨੇ ਇਹਨਾਂ ਨੂੰ ਅੰਡਰ ਐਨਸਥੈਟਿਕ ਵੀ ਟੇਕ ਅ ਬਾਇਓਪਸੀ, CT, MRI, ਤੇ ਲੇਰਿੰਕਸ ਦੇ ਉੱਪਰਲੇ ਪਾਰਟ ਦਾ ਵੀ ਹੋ ਜਾਂਦਾ ਕੈਂਸਰ, ਜਿੱਥੇ ਐਪੀਗਲੋਟਸ ਦਾ ਹੋ ਗਿਆ। ਤੇ ਜਿਹੜੇ ਜਾਂ ਵੋਕਲ ਕਾਰਡ ਦੇ ਥੱਲੇ ਦੇ ਪੋਰਸ਼ਨ ਦਾ ਸਬਗਲੋਟਿਕ ਕਹਿੰਦੇ ਆ ਜਿਹਨੂੰ, ਉੱਥੇ ਵੀ ਹੋ ਜਾਂਦਾ। ਇਹ ਅਕਸਰ ਤੁਹਾਡੇ ਕੋਲ ਆਉਂਦੇ ਨੇ, ਆਵਾਜ਼ 'ਚ ਫਰਕ ਪੈ ਜਾਂਦਾ, ਬਰੀਦਿੰਗ ਪ੍ਰੋਬਲਮ ਹੋ ਜਾਂਦੀ ਹੈ ਇਹਨਾਂ ਨੂੰ, ਕਿਉਂਕਿ ਜੇ ਵੱਡਾ ਹੋਵੇ ਕਿ ਤਾਂ ਜਿਹੜਾ ਲੇਰਿੰਕਸ ਦਾ ਇਨਲੈਟ ਹੈ ਉਹਨੂੰ ਬੰਦ ਕਰ ਦਿੰਦੇ ਨੇ। ਪੇਸ਼ੈਂਟ ਵਿਲ ਹੈਵ ਸਟਰਾਈਡਰ, ਤੇ ਉਹਨਾਂ ਨੂੰ ਯੂਜ਼ਲੀ ਜੇ ਸੁਪਰਾਗਲੋਟਿਕ ਜਿਹੜਾ ਵੋਕਲ ਕਾਰਡ ਤੋਂ ਉੱਪਰਲੇ ਪਾਰਟ ਦਾ ਕੈਂਸਰ ਵਗੈਰਾ ਹੁੰਦਾ ਨਾ, ਹਾਂਜੀ, ਉਹ ਪੇਸ਼ੈਂਟ ਜਦੋਂ ਸਾਡੇ ਕੋਲ ਆਉਂਦੇ ਨੇ ਉਹਨਾਂ ਨੂੰ ਅਕਸਰ ਦਿੱਕਤ ਹੁੰਦੀ ਹੈ, ਸਾਹ ਲੈਣ ਦੀ ਪ੍ਰੋਬਲਮ ਹੁੰਦੀ ਹੈ। ਸਬਗਲੋਟਿਕ ਵਾਲਿਆਂ ਨੂੰ ਵੀ ਸਾਹ ਲੈਣ ਦੀ ਪ੍ਰੋਬਲਮ ਹੁੰਦੀ ਹੈ। ਇਨਵੇਰੀਏਬਲੀ ਸਾਨੂੰ ਉਹਨਾਂ ਦੀ ਟ੍ਰੈਕਿਓਸਟਮੀ ਕਰਨੀ ਪੈਂਦੀ ਹੈ। ਤੇ ਫਿਰ ਐਗਜ਼ਾਮੀਨੇਸ਼ਨ ਕਰਕੇ, ਬਾਇਓਪਸੀ ਲੈ ਕੇ, ਹੋਰ ਇਨਵੈਸਟੀਗੇਸ਼ਨ ਕਰਕੇ ਦੇ ਆਰ ਸੈਂਟ ਫॉर ਟ੍ਰੀਟਮੈਂਟ। ਇਹਨਾਂ ਦੀ ਜਿਹੜੀ ਟ੍ਰੀਟਮੈਂਟ ਹੈ ਅੱਜ ਕੱਲ੍ਹ ਆਲ ਓਵਰ UK, ਐਨੀ ਹੈਡ ਐਂਡ ਨੈਕ ਕੈਂਸਰ ਇਜ਼ ਟ੍ਰੀਟਡ ਇਨ ਦਾ ਮੇਨ ਸੈਂਟਰ। ਜਿੱਦਾਂ ਬਰਮਿੰਘਮ ਦੇ ਵਿੱਚ ਅਸੀਂ ਉਹਨਾਂ ਨੂੰ ਭਾਵੇਂ ਡਾਇਗਨੋਜ਼ ਕਰ ਲਈਏ, ਬੇਸ਼ੱਕ ਸੈਂਡਵੈਲ ਹਸਪੀਟਲ ਜਾਂ ਸਿਟੀ ਹਸਪੀਟਲ, ਪਰ ਟ੍ਰੀਟਮੈਂਟ ਵਾਸਤੇ ਦੇ ਆਰ ਰੈਫਰ ਟੂ ਕਿਊਨ ਐਲਿਜ਼ਾਬੈਥ ਹਸਪੀਟਲ। ਸੋ ਉਹਨਾਂ ਨੂੰ ਉੱਥੇ ਜਾਣਾ ਪੈਂਦਾ, ਦੈਟਸ ਦ ਮੇਨ ਸੈਂਟਰ ਫॉर ਦ ਟ੍ਰੀਟਮੈਂਟ। ਤੇ ਫਿਰ ਤੁਹਾਡੇ ਵੋਕਲ ਕਾਰਡ ਪਾਲਿਸੀਜ਼ ਨੇ, ਪੈਰਾਲਿਸਿਸ ਹੋ ਜਾਂਦਾ ਵੋਕਲ ਕਾਰਡ ਦਾ। ਇਹਦੇ ਵਿੱਚ ਕਾਮਨ ਕਾਜ਼ ਤੇ ਇਹ ਨੇ ਕਿ ਤੁਹਾਡੇ ਗਲੇ ਦੇ ਵਿੱਚ ਕੋਈ ਇੰਜਰੀ ਹੋਈ, ਜਿਵੇਂ ਤੁਹਾਡਾ ਥਾਇਰਾਇਡ ਦਾ ਆਪਰੇਸ਼ਨ ਹੋਇਆ, ਪੈਰਾਥਾਇਰਾਇਡ ਦਾ ਆਪਰੇਸ਼ਨ ਹੋਇਆ, ਜਿਹੜੀਆਂ ਉਹ ਨਰਵਸ ਨੇ ਵੋਕਲ ਕਾਰਡਸ ਨੂੰ ਸਪਲਾਈ ਕਰਦੇ, ਹਾਂਜੀ, ਉਹਨਾਂ ਨੂੰ ਰੀਕਰੈਂਟ ਲਰੰਜੀਅਲ ਨਰਵਸ ਕਹਿੰਦੇ ਨੇ। ਉਹ ਕਈ ਵਾਰੀ ਡੈਮੇਜ ਹੋ ਜਾਂਦੀਆਂ ਨੇ ਜਦੋਂ ਤੁਸੀਂ ਥਾਇਰਾਇਡ ਦਾ ਆਪਰੇਸ਼ਨ ਕਰਦੇ ਆ ਜਾਂ ਪੈਰਾਥਾਇਰਾਇਡ ਦਾ ਕਰਦੇ ਆ, ਜਾਂ ਕੋਈ ਵਾਇਰਲ ਇਨਫੈਕਸ਼ਨ ਹੋ ਗਈ, ਪੇਸ਼ੈਂਟ ਨੂੰ ਸਟ੍ਰੋਕ ਹੋ ਗਿਆ, ਜਾਂ ਕੋਈ ਨਿਊਰੋਲੋਜੀਕਲ ਡਿਸਆਰਡਰਸ, ਮਲਟੀਪਲ ਸਕਲੈਰੋਸਿਸ ਹੋਇਆ, ਪਾਰਕਿੰਸੋਨਿਜ਼ਮ ਹੋਇਆ, ਇਨਫੈਕਸ਼ਨਸ, ਇਹਨਾਂ ਦੇ ਨਾਲ ਵੋਕਲ ਕਾਰਡ ਪੈਰਾਲਿਸਿਸ ਹੋ ਜਾਂਦਾ। ਸਾਨੂੰ ਇਹ ਦੇਖਣਾ ਪੈਂਦਾ ਕਿਹੜੀ ਸਾਈਡ ਦੀ ਵੋਕਲ ਕਾਰਡ ਪੈਰਾਲਾਈਜ਼ ਹੋਈ ਹੈ, ਰਾਈਟ ਦੀ ਹੈ ਜਾਂ ਲੈਫਟ ਦੀ ਹੈ, ਉਹਦੀ ਪੋਜੀਸ਼ਨ, ਉਹ ਮਿਡਲ ਦੇ ਵਿੱਚ ਹੈ ਜਾਂ ਅਵੇ ਫਰੋਮ ਦਾ ਸੈਂਟਰ ਹੈ। ਜਿਹੜੀ ਨੋਰਮਲ ਵੋਕਲ ਕਾਰਡ ਹੈ ਉਹ ਉਹਨਾਂ ਕੰਪਨਸੇਟ ਕਰਕੇ ਇਜ਼ ਇਟ ਕਮਿੰਗ ਇਨ ਕੰਟੈਕਟ ਵਿਦ ਦੈਟ, ਜਾਂ ਦੋਵੇਂ ਵੋਕਲ ਕਾਰਡਸ ਪੈਰਾਲਾਈਜ਼ ਹੋਈਆਂ ਨੇ। ਤੇ ਜੇ ਦੋਵੇਂ ਵੋਕਲ ਕਾਰਡ ਪੈਰਾਲਾਈਜ਼ ਹੋ ਜਾਂਦਾ, ਕਿਸ ਪੋਜੀਸ਼ਨ 'ਤੇ ਨੇ। ਜੇ ਲਰੰਜੀਅਲ ਓਪਨਿੰਗ ਬਹੁਤ ਖੁੱਲੀ ਹੈ ਤਾਂ ਉਹਦੀਆਂ ਪ੍ਰੋਬਲਮਸ ਹੋਰ ਨੇ। ਇਹ ਅੱਗੇ ਤੁਹਾਡਾ ਹੈਗਾ ਫਰੰਜੀਅਲ ਪਾਊਚ। ਇਹ ਜਿਹੜਾ ਸਾਡੇ ਖਾਣੇ ਵਾਲੀ ਨਾਲੀ ਦਾ ਉੱਪਰਲਾ ਪੋਰਸ਼ਨ ਹੈ ਨਾ, ਹਾਂਜੀ, ਉਹਦੇ ਵਿੱਚ ਇੱਕ ਪਾਊਚ ਬਣ ਜਾਂਦਾ। ਖਾਣਾ ਸਾਰਾ ਤੁਹਾਡੇ ਪੇਟ ਦੇ ਵਿੱਚ ਨਹੀਂ ਜਾਂਦਾ, ਥੋੜਾ ਜਿਹਾ ਪਾਊਚ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਸੋ ਇੱਕ ਪਾਕਟ ਟਾਈਪ ਕਹਿ ਲਓ ਵੀ ਸਾਈਡ ਤੇ ਇਕੱਠਾ ਹੋਣਾ, ਖਾਣਾ ਚਾਲੂ ਹੋ ਜਾਂਦਾ। ਤੇ ਇਹ ਅਗਲੀ ਜਿਹੜੀ ਹੈ ਇਹ ਫੋਟੋ ਹੈ, ਇਹ ਬੇਰੀਅਮ ਸਵੈਲੋ ਹੈ। ਇਹ ਦੇਖੋ ਉੱਪਰ ਤੁਹਾਡੀ ਖਾਣੇ ਵਾਲੀ ਨਾਲੀ ਕਿੰਨੀ ਚੌੜੀ ਆ, ਇਹ ਥੱਲੇ ਜਿੱਥੇ ਐਰੋ ਦਿੱਤਾ ਹੈ ਇਹ ਕੈਂਸਰ ਹੈ ਇਹਦੇ ਖਾਣੇ ਵਾਲੀ ਨਾਲੀ ਦਾ, ਕਿੰਨੀ ਨੈਰੋ ਹੋ ਗਈ ਹੈ ਤੇ ਖਾਣਾ ਅੱਗੇ ਨਹੀਂ ਲੰਘਦਾ ਪਿਆ।
ਸੋ ਨੋਰਮਲ ਜਿਹੜੀ ਹੈਲਥ ਹੈ ਉਹ ਟੌਪ ਤੋਂ ਸਟਾਰਟ ਹੋ ਜਾਂਦੀ ਹੈ ਤੇ ਮੁੜ ਕੇ ਉਹ ਸੁੰਗੜ ਗਈ ਹੈ ਕਾਫੀ, ਹੈ ਨਾ? ਸੁੰਗੜ ਗਈ ਹੈ, ਫਿਰ ਉਹ ਦੂਜਾ ਸਟਰਕਚਰ ਬਣ ਗਿਆ ਨਾ, ਇਹ ਕੈਂਸਰ ਸਟਰਕਚਰ। ਇਹ ਤੇ ਫਿਰ ਇਸ ਪੇਸ਼ੈਂਟ ਨੂੰ ਜਿਹੜੀ ਗੈਸਟ੍ਰੋਸਕੋਪੀ ਕਰਦੇ ਆ, ਹਾਂਜੀ, ਉਥੋਂ ਪਤਾ ਲੱਗ ਜਾਂਦਾ ਦੇਖ ਕੇ। ਫਿਰ ਬਾਇਓਪਸੀ ਲੈਂਦੇ ਆ, ਬਾਇਓਪਸੀ ਲੈ ਕੇ ਫਿਰ ਉਹਨਾਂ ਦੀ ਟ੍ਰੀਟਮੈਂਟ ਕੀਤੀ ਜਾਂਦੀ ਹੈ। ਇਹ ਜਿਹੜਾ ਫਰੰਜੀਅਲ ਪਾਊਚ ਹੈ, ਇਹਦੇ ਵਿੱਚ ਦੇਖੋ ਡਿਪੈਂਡਿੰਗ ਔਨ ਦਾ ਸਾਈਜ਼ ਆਫ ਦਾ ਪਾਊਚ ਤੁਹਾਨੂੰ ਪਾਊਚ ਬਾਹਰ ਕੱਢਣਾ, ਯੂ ਵਿਲ ਹੈਵ ਟੂ ਐਕਸਰਸਾਈਜ਼ ਦਾ ਪਾਊਚ, ਜਾਂ ਜੇ ਛੋਟਾ ਪਾਊਚ ਹੈ ਤਾਂ ਉਹਨੂੰ ਸਟੇਪਲਿੰਗ ਕਰਤੀ ਜਾਂਦੀ ਹੈ ਉਹਦੀ। ਓਕੇ। ਤੇ ਹੋਰ ਬੜੀਆਂ ਕੰਡੀਸ਼ਨਸ ਨੇ, ਜਿੱਦਾਂ ਤੁਹਾਡੇ ਟੌਂਸਲ ਏਸਿਮੈਟਰੀ ਹੋਵੇ, ਟੌਂਸਲ ਇੱਕ ਸਾਈਡ ਦਾ ਟੌਂਸਲ ਵੱਡਾ ਹੈ, ਦੂਜੀ ਸਾਈਡ ਦਾ ਟੌਂਸਲ ਛੋਟਾ ਹੈ, ਜਾਂ ਟੌਂਸਲ ਦੇ ਉੱਤੇ ਅਲਸਰ ਹੈ, ਉਹਨੂੰ ਇਨਵੈਸਟੀਗੇਟ ਕੀਤਾ ਜਾਏਗਾ। ਬਾਇਓਪਸੀ ਲਈ ਲਵਾਂਗੇ, ਪੂਰਾ ਟੌਂਸਲ ਕੱਢ ਕੇ ਭੇਜਾਂਗੇ ਪੈਥੋਲੋਜਿਸਟ ਨੂੰ, ਉੱਥੋਂ ਪਤਾ ਲੱਗੇਗਾ ਕਿ ਇਹ ਲਿੰਫੋਮਾ ਹੈ ਜਾਂ ਸਕੁਇਮਸ ਸੈੱਲ ਕਾਰਸੀਨੋਮਾ ਹੈ। ਤੇ ਫਿਰ CT MRI ਸਕੈਨ ਤੋਂ ਪਤਾ ਲੱਗ ਚੱਲੇਗਾ ਕਿ ਕਿੱਥੇ ਤੱਕ ਸਪਰੈਡ ਕੀਤਾ ਹੈ ਇਹ। ਸੋ ਉਹਦੇ ਹਿਸਾਬ ਨਾਲ ਫਿਰ ਉਹਨਾਂ ਦੀ ਟ੍ਰੀਟਮੈਂਟ ਕੀਤੀ ਜਾਂਦੀ, ਰੇਡੀਓਥੈਰੇਪੀ, ਕੀਮੋਥੈਰੇਪੀ, ਜੋ ਵੀ ਹੈ। ਜੀਭ ਦੇ ਉੱਤੇ ਵੀ ਅਲਸਰ ਬਣ ਜਾਂਦੇ ਨੇ। ਤੁਹਾਡੀ ਜੀਭ ਦੀ ਸਾਈਡ ਤੇ ਕੋਈ ਅਲਸਰ ਹੋਵੇ, ਹਾਂਜੀ, ਡੋਂਟ ਇਗਨੋਰ ਇਟ। ਤੇ ਡਾਕਟਰ ਸਾਹਿਬ ਮੈਂ ਇਹੋ ਕਹਾਂਗੀ ਵੀ ਅੱਜ ਅਸੀਂ ਕਾਫੀ ਤੁਹਾਡੇ ਕੋਲੋਂ ਡਿਸਆਰਡਰ ਐਂਡ ਵੀ ਹੈਡ ਲੋਟਸ ਆਫ ਇਨਫੋਰਮੇਸ਼ਨ ਅਬਾਊਟ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਆਪਣੀ ਦੇਖਭਾਲ ਕਰਨੀ ਚਾਹੀਦੀ ਹੈ, ਸਪੈਸ਼ਲੀ ਜਦੋਂ ਥਰੋਟ ਦੀ ਪ੍ਰੋਬਲਮ ਹੁੰਦੀ ਹੈ, ਉਹ ਨਾ ਜ਼ਿਆਦਾ ਵਧੇ ਤੇ ਅਸੀਂ ਉਹਨੂੰ ਪਹਿਲੇ ਹੀ ਕਿਸ ਤਰੀਕੇ ਦੇ ਨਾਲ ਸਟਾਪ ਕਰ ਸਕੀਏ। ਐਨੀ ਮੈਸੇਜ ਤੁਸੀਂ ਸਾਡੇ ਵਿਊਅਰਸ ਨੂੰ ਦੇਣਾ ਚਾਹੋਗੇ ਬਿਫੋਰ ਵੀ ਫਿਨਿਸ਼ ਆਵਰ ਸ਼ੋ? ਮੈਸੇਜ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡੀ ਆਵਾਜ਼ ਬੈਠੀ ਹੋਈ ਹੈ, ਹੋਰਸ ਵੌਇਸ ਹੈ, ਹਾਂਜੀ, 3-4 ਹਫ਼ਤੇ ਠੀਕ ਨਹੀਂ ਹੁੰਦੀ, ਇਹਨੂੰ ਇਗਨੋਰ ਨਾ ਕਰੋ, ਆਪਣੇ ਡਾਕਟਰ ਕੋਲ ਜਾਓ ਤਾਂ ਕਿ ਉਹ ਤੁਹਾਨੂੰ ਜੇ ਤਾਂ ਉਹ ਟਰੀਟ ਕਰ ਸਕਦੇ ਨੇ, ਉਹ ਨਹੀਂ ਤਾਂ ਉਹ ਤੁਹਾਨੂੰ ENT ਸਪੈਸ਼ਲਿਸਟ ਕੋਲ ਭੇਜਣ। ਤੇ ਸਮੋਕਿੰਗ ਦਾ ਧਿਆਨ ਰੱਖੋ, ਡਰਿੰਕ ਅਲਕੋਹਲ ਇਨ ਮੋਡਰੇਸ਼ਨ। ਸਪੀਚ ਥੈਰੇਪੀ ਡਿਪਾਰਟਮੈਂਟ ਹੈ ਹੌਸਪੀਟਲ ਦੇ ਵਿੱਚ, ਵੈਰੀ ਇੰਪੋਰਟੈਂਟ ਡਿਪਾਰਟਮੈਂਟ। ਯੂ ਕੈਨ ਸੀਕ ਦੇਅਰ ਹੈਲਪ। ਉਹ ਤੁਹਾਨੂੰ ਜਿਹੜੀ ਤੁਹਾਡੀ ਆਵਾਜ਼ ਦੇ ਵਿੱਚ ਪ੍ਰੋਬਲਮਸ ਆਈਆਂ ਨੇ ਜਾਂ ਸਵੋਲੋ ਦੀਆਂ ਪ੍ਰੋਬਲਮਸ ਆਈਆਂ ਨੇ, ਉਹਨਾਂ ਦੀ ਅਸੈਸਮੈਂਟ ਕਰਕੇ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰ ਸਕਦੇ ਨੇ। ਥੈਂਕ ਯੂ ਸੋ ਮਚ ਡਾਕਟਰ ਸਾਨੀ, ਤੁਸੀਂ ਖਾਂਸੀ TV ਤੇ ਦੁਬਾਰਾ ਆਏ ਸਾਡੀ ਰਿਕੁਐਸਟ ਤੇ ਐਂਡ ਆਪਣਾ ਕੀਮਤੀ ਟਾਈਮ ਕੱਢ ਕੇ, ਸੋ ਥੈਂਕ ਯੂ ਸੋ ਮਚ ਫॉर ਕਮਿੰਗ। ਥੈਂਕ ਯੂ। ਇਹਦੇ ਨਾਲ ਹੀ ਸਾਡਾ ਅੱਜ ਦਾ ਹੈਲਥ ਟਾਕ ਸ਼ੋ ਇੱਥੇ ਸਮਾਪਤ ਹੁੰਦਾ ਹੈ। ਮਿਲਾਂਗੇ ਨੈਕਸਟ ਵੀਕ ਕਿਸੇ ਹੋਰ ਗੈਸਟ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਜੈ ਗੁਰਦੇਵ।